ਦੱਸੋ ਵੀ ਟੀਆਰ ਟੂ ਪੀਆਰ ਆਊਗਾ ਪੱਕਾ ਜੀ, ਕੀ ਕਹਿ ਸਕਦੇ? ਇੱਕ ਸਵਾਲ ਮੇਰਾ ਹੋਰ ਹੋਏ, ਮੈਨੂੰ ਬੜਾ ਹੀ ਆਉਂਦਾ ਜੀ, ਤੇ ਇਹ ਹੈਗਾ ਜੀ ਵੀ ਫੈਮਿਲੀ ਦੇ ਨਾਲ ਜਿਵੇਂ ਜਵਾਕਾਂ ਦਾ ਜਿੱਦਾਂ ਹੁੰਦਾ ਕਿ ਸਕੂਲ ਪਲਾਨ ਆ ਕੋਈ ਇੱਦਾਂ ਦਾ ਵੀ ਜਿਹੜੇ ਤੁਹਾਡੇ ਜਵਾਕ ਨੇ, ਜਿਵੇਂ ਹੁਣ ਇੰਡੀਆ 'ਚ ਪੇਰੈਂਟਸ ਬੈਠੇ ਨੇ ਉਹਨਾਂ ਦੇ ਬੱਚੇ ਨੇ, ਉਹ ਕਹਿੰਦੇ ਵੀ ਇਹਨੂੰ ਪੜ੍ਹਾਈ ਲਈ ਆਪਾਂ ਜਿਹੜਾ ਕਿ 6-7 ਸਾਲਾਂ ਦਾ ਹੀ ਆ, ਬਾਹਲਾ ਵੱਡਾ ਨਹੀਂ, ਵੀ ਉਹਨੂੰ ਆਪਾਂ ਕੈਨੇਡਾ ਭੇਜ ਦਿੰਦੇ, ਉਹਦੇ ਥਰੂ ਵੀ ਆਪਾਂ ਨੂੰ ਕੋਈ ਵੀਜ਼ਾ ਮਿਲਦਾ, ਸਕੂਲਿੰਗ ਵੀਜ਼ਾ ਸਮਥਿੰਗ ਕਹਿੰਦੇ, ਹੈ ਕੁਛ ਇੱਦਾਂ ਦਾ ਜੀ? ਹਾਂਜੀ, ਬੱਚੇ ਮਿਸ ਰਿਪਰੈਜ਼ੈਂਟੇਸ਼ਨ ਫੇਸ ਕਰ ਰਹੇ ਨੇ ਡਿਊ ਟੂ ਆਲ ਦਿਸ ਰੀਜ਼ਨਸ ਕਿ ਉਹ ਆਪਣੇ ਫੇਕ ਡਾਕੂਮੈਂਟ ਬਣਵਾ ਲੈਂਦੇ ਨੇ, ਆਪਣੀ ਐਜੂਕੇਸ਼ਨ ਹਾਈਡ ਆਊਟ ਕਰ ਲੈਂਦੇ ਨੇ, ਆਪਣੇ ਜਿਹੜੀਆਂ ਪ੍ਰੀਵੀਅਸ ਰਿਫਿਊਜ਼ਲਸ ਨੇ ਉਹ ਨਹੀਂ ਸ਼ੋ ਕਰਦੇ। ਹਾਂ, ਮੈਨੂੰ ਕਹਿੰਦੇ ਯਾਰ ਕੈਨੇਡਾ ਵੀਜ਼ਾ ਹੀ ਨਹੀਂ ਦਿੰਦਾ, ਵੀ ਹੁਣ ਨਹੀਂ ਵਾੜ ਕੇ ਰਾਜੀ, ਰਿਜੈਕਸ਼ਨ ਬਹੁਤ ਜ਼ਿਆਦਾ ਨੇ। ਇਹਦਾ ਕਾਰਨ ਕੀ ਆ? ਰਿਜੈਕਸ਼ਨ ਉਹ ਬੇਸ਼ੱਕ ਵਿਜ਼ਿਟਰ ਵੀਜ਼ਾ ਹੋਵੇ, ਬੇਸ਼ੱਕ ਸਟੂਡੈਂਟ ਵੀਜ਼ਾ ਹੋਵੇ ਜਾਂ ਸਪਾਊਸ ਕੇਸ ਹੋਣ, ਰਿਜੈਕਸ਼ਨ ਬਹੁਤ ਜ਼ਿਆਦਾ ਆ। ਬਸ ਇਹ ਦੱਸ ਦਿਓ ਵੀ ਰਿਜੈਕਸ਼ਨ ਦੇ ਕੀ ਕਾਰਨ ਕੀ ਨੇ? ਸੋ ਕਰਾਂਗੇ ਨੌਨ ਐਸਡੀਐਸ ਕੇਸਿਸ। ਓਕੇ ਜੀ। ਜਿਨ੍ਹਾਂ 'ਚ ਬੱਚੇ ਜਾਂ ਤਾਂ ਪੀਟੀਈ ਨਾਲ ਜਾਂ ਜਿਨ੍ਹਾਂ ਦੇ ਆਇਲਸ 5.5 ਬੈਂਡ ਆ ਫੋਰ ਐਗਜ਼ਾਮਪਲ, ਜਾਂ ਜਿਹੜੇ ਬੈਚਲਰਸ ਕਰਕੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਲੈਂਦੇ ਨੇ। ਓਕੇ। ਸੋ ਉਹਨਾਂ ਦੇ ਰਿਫਿਊਜ਼ਲ ਰੀਜ਼ਨ। ਸੋ ਮਿੱਤਰੋ, ਲਾਸਟ 3 ਵੀਡੀਓ ਤੁਸੀਂ ਦੇਖ ਲਈਆਂ, ਕਿਸੇ ਵੀਰ ਤੇ ਬੈਨ ਲੱਗਿਆ ਹੋਇਆ, ਕਿਸੇ ਤੇ ਫੇਕ ਆਫਰ ਲੈਟਰਾਂ ਕਰਕੇ ਕੁਝ ਹੋ ਗਿਆ। ਫਿਰ ਪਤਾ ਕਿਵੇਂ ਲੱਗੇ ਵੀ ਫੇਕ ਆਫਰ ਲੈਟਰ ਲੱਗੇ ਨੇ ਜਾਂ ਕੀ ਕਹਾਣੀ ਆ? ਜਾਂ ਸਾਰੇ ਕਹਿੰਦੇ ਨੇ ਵੀ ਇਹ ਕੈਨੇਡਾ ਵਾਲੇ ਵੀਜ਼ਾ ਦੇਖਣੋਂ ਹਟ ਗਏ ਨਾ, ਰਿਜੈਕਸ਼ਨਾਂ ਹੀ ਬਹੁਤ ਲਾਈ ਜਾਂਦੇ ਨੇ। ਕਾਰਨ ਕੀ ਆ? ਅੱਜ ਆਪਾਂ ਕਾਰਨਾਂ ਬਾਰੇ ਗੱਲਬਾਤ ਕਰਾਂਗੇ। ਇਹ ਮੈਂ ਨਹੀਂ ਦੱਸਣਾ ਕਿਉਂਕਿ ਮੈਂ ਤਾਂ ਇੰਨਾ ਐਕਸਪਰਟ ਨਹੀਂ, ਆਪਾਂ ਤਾਂ ਟਰੱਕ ਚਲਾ ਲਿਆ, ਉਹ ਕਰ ਲਿਆ, ਬਲੌਗ ਬਣਾ ਲੈਣਾ। ਇਹਦੇ ਲਈ ਮੈਂ ਲਖਵੀਰ ਮੈਮ ਤੱਕ ਅਪਰੋਚ ਕੀਤੀ ਸੀਗੀ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਮੈਮ ਸਾਨੂੰ ਦੱਸੋ ਵੀ ਜਿਹੜੇ ਫੇਕ ਆਫਰ ਲੈਟਰ ਦਾ ਪਤਾ ਕਿਵੇਂ ਕਰੀਏ, ਜੇ ਰਿਜੈਕਸ਼ਨਾਂ ਲੱਗਦੀਆਂ ਉਹਦਾ ਕਾਰਨ ਕੀ ਆ, ਤੇ ਬਾਕੀ ਟੀਆਰ ਟੂ ਪੀਆਰ ਸੱਚੀ ਗੱਲ ਆ ਇਹ ਆ ਰਿਹਾ ਕਿ ਨਹੀਂ, ਇਹਦੇ ਬਾਰੇ ਡਿਸਕਸ ਕਰਾਂਗੇ ਆਪਾਂ ਨਾ। ਇਹ ਤੋਂ ਬਾਅਦ ਇੱਕ ਹੋਰ ਪ੍ਰੋਗਰਾਮ ਆ ਰਿਹਾ, ਜਿਵੇਂ ਮਮ ਡੈਡ ਦਾ ਵੀਜ਼ਾ ਆਪਾਂ ਪੀਆਰ ਲਾ ਸਕਦੇ ਹਾਂ। ਇੱਕ ਹੋਰ ਬੜੀ ਜਿਹੜੀ ਪੰਜਾਬ 'ਚ ਗੱਲ ਚੱਲਦੀ ਆ ਵੀ ਸਕੂਲਿੰਗ ਵੀਜ਼ਾ, ਕੈਨੇਡਾ 'ਚ ਚੱਲੋ ਸਾਰਾ ਪਰਿਵਾਰ ਹੈ ਨਾ, ਸੋਹਣੇ ਬੱਚੇ ਜਵਾਕ, ਇਹ ਵੀ ਗੱਲ ਕਿੰਨੀ ਕੁ ਸੱਚੀ ਆ? ਅੱਜ ਆਪਾਂ ਸਾਰੀ ਗੱਲਬਾਤ ਕਰਦੇ ਹਾਂ, ਮੈਮ ਨੂੰ ਬੁਲਾਉਂਦੇ ਆ ਤੇ ਸਾਰੀ ਗੱਲ ਪੂਰੀ ਸੁਣ ਲਿਓ। ਟਰੱਕਿੰਗ ਦੇ ਵਿੱਚ ਪੀਆਰ ਹੈ ਕਿ ਨਹੀਂ, ਇਹ ਵੀ ਗੱਲਬਾਤ ਕੀਤੀ ਆ। ਚਲੋ ਜੀ, ਮੈਮ ਨੂੰ ਇਨਵਾਈਟ ਕਰਦੇ ਹਾਂ, ਆਪਾਂ ਗੱਲਬਾਤ ਕਰਦੇ ਹਾਂ। ਮੈਮ ਦਾ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਮੈਮ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਆ ਆਪਣੇ ਜਿਹੜੇ ਆਹ ਸਭ ਤੋਂ ਵੱਧ ਹੈਗਾ ਕੈਨੇਡਾ ਦੇ ਵਿੱਚ ਨਾ, ਜਿੱਦਾਂ ਹੁਣ ਆਪਾਂ ਸਾਰੇ ਮੁੰਡੇ ਮੈਨੂੰ ਕਹਿੰਦੇ ਯਾਰ ਕੈਨੇਡਾ ਵੀਜ਼ਾ ਹੀ ਨਹੀਂ ਦਿੰਦਾ, ਵੀ ਹੁਣ ਨਹੀਂ ਵਾੜ ਕੇ ਰਾਜੀ, ਰਿਜੈਕਸ਼ਨ ਬਹੁਤ ਜ਼ਿਆਦਾ ਨੇ। ਇਹਦਾ ਕਾਰਨ ਕੀ ਆ? ਰਿਜੈਕਸ਼ਨ ਉਹ ਬੇਸ਼ੱਕ ਵਿਜ਼ਿਟਰ ਵੀਜ਼ਾ ਹੋਵੇ, ਬੇਸ਼ੱਕ ਸਟੂਡੈਂਟ ਵੀਜ਼ਾ ਹੋਵੇ ਜਾਂ ਸਪਾਊਸ ਕੇਸ ਹੋਣ, ਰਿਜੈਕਸ਼ਨ ਬਹੁਤ ਜ਼ਿਆਦਾ ਆ। ਬਸ ਇਹ ਦੱਸ ਦਿਓ ਵੀ ਰਿਜੈਕਸ਼ਨ ਦੇ ਕੀ ਕਾਰਨ ਕੀ ਨੇ? देयर इज नथिंग लाइक दैट कि ਜਿਹੜੇ ਸਟੱਡੀ ਵੀਜ਼ਾ ਤੇ 100% ਰਿਜੈਕਸ਼ਨ ਰੇਟ ਨੇ, ਐਸਡੀਐਸ ਫਾਈਲ ਸਟਿਲ 100% ਅਪਰੂਵਲ ਰੇਟ ਹੈ। ਸੋ ਆਪਾਂ ਜੋ ਉਹਦੇ ਚ ਫੰਡਸ ਵਗੈਰਾ ਕੁਝ ਨਹੀਂ ਵੀ ਲਗਾਉਂਦੇ ਵਿਦ ਜੀਆਈਸੀ, ਵਿਦ ਆਪਣੀ ਆਫਰ ਲੈਟਰ 1 ਸਾਲ ਦੀ ਫੀਸ ਭਰ ਕੇ ਆਪਣੇ ਵੀਜ਼ਾਸ ਲੱਗ ਰਹੇ ਨੇ। ਐਂਡ ਹੁਣ ਆਪਾਂ ਗੱਲ ਕਰਾਂਗੇ ਨੌਨ ਐਸਡੀਐਸ ਕੇਸਿਸ। ਓਕੇ ਜੀ। ਜਿਨ੍ਹਾਂ 'ਚ ਬੱਚੇ ਜਾਂ ਤਾਂ ਪੀਟੀਈ ਨਾਲ ਜਾਂ ਜਿਨ੍ਹਾਂ ਦੇ ਆਇਲਸ 5.5 ਬੈਂਡ ਆ ਫੋਰ ਐਗਜ਼ਾਮਪਲ, ਜਾਂ ਜਿਹੜੇ ਬੈਚਲਰਸ ਕਰਕੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਲੈਂਦੇ ਨੇ। ਓਕੇ। ਸੋ ਉਹਨਾਂ ਦੇ ਰਿਫਿਊਜ਼ਲ ਰੀਜ਼ਨ ਜ਼ਿਆਦਾ ਬਿਕਾਜ਼ ਉਹਦੇ ਚ ਇੱਕ ਤਾਂ ਇੰਡੀਆ ਤੋਂ ਕੀ ਕਰਦੇ ਨੇ, ਮੈਜੋਰਿਟੀ ਆਫ ਦੀ ਐਪਲੀਕੈਂਟਸ ਜਿਹੜੇ ਇੰਡੀਆ ਤੋਂ ਫਾਈਲ ਲਗਵਾਉਂਦੇ ਨੇ, ਉਹ ਸਟੱਡੀ ਪਲਾਨ ਪ੍ਰੋਪਰ ਨਹੀਂ ਲਗਾਉਂਦੇ। ਫੋਰ ਐਗਜ਼ਾਮਪਲ ਵਿਚ ਕੋਰਸਿਸ ਵੀ ਕੰਪਲੀਟਡ ਇਨ ਇੰਡੀਆ, ਤੇ ਜਿਹੜੇ ਕੋਰਸਿਸ ਆਪਾਂ ਇੱਥੇ ਆ ਕੇ ਸਟੱਡੀ ਕਰਨੇ, ਸੋ ਡੀਟੇਲ ਇਨਫੋਰਮੇਸ਼ਨ ਨਹੀਂ ਹੁੰਦੀ। ਸੇਮ ਫੀਲਡ ਵੀ ਨਹੀਂ ਹੁੰਦੀ ਉਹਨਾਂ ਦੀ, ਮਤਲਬ ਕਿ ਅਲੱਗ-ਅਲੱਗ ਕੋਰਸਿਸ ਵੀ ਬਹੁਤ ਡਿਫਰੈਂਟ ਹੁੰਦੇ ਆ। ਫੋਰ ਐਗਜ਼ਾਮਪਲ ਕਿਸੇ ਨੇ ਇੱਥੇ ਨਾਨ ਮੈਡੀਕਲ ਚ ਆ ਕੇ ਕੀਤਾ ਆ, ਲਾਈਕ ਫੋਰ ਇੰਡੀਆ ਤੋਂ ਬੀਐਸਸੀ ਨਾਨ ਮੈਡੀਕਲ ਚ ਕੀਤੀ ਆ, ਐਂਡ ਹੀ ਚੋਜ਼ ਇਵੈਂਟ ਮੈਨੇਜਮੈਂਟ ਆਫ 1 ਈਅਰ। ਸੋ ਟੋਟਲੀ ਸੈਪਰੇਟ ਹੋ ਜਾਂਦੀ ਆ। ਓਕੇ। ਕਈਆਂ ਨੂੰ ਹੁੰਦਾ ਇੱਕ ਕੀੜਾ ਮੈਨੂੰ ਕਹਿੰਦੇ ਨੇ ਜੀ ਵੀ ਸਾਰਾ ਕੁਝ ਹੋ ਕੇ 5.5 ਬੈਂਡ ਆ ਗਏ, ਉਹ ਨੌਨ ਐਸਡੀਐਸ ਆ ਗਏ, ਉਹ ਵੀ ਇੱਕ ਰਿਸਕੀ ਆ ਨਾ ਇੱਕ ਤਰ੍ਹਾਂ, ਜਦੋਂ ਫਾਈਲ ਲਾਉਂਦੇ ਨੇ ਉਹ ਇੱਕ ਰਿਸਕੀ ਹੋ ਜਾਂਦਾ ਜੀ, ਉਹ ਰਿਜੈਕਸ਼ਨ ਦਾ ਬਣ ਜਾਂਦਾ ਕਾਰਨ ਇੱਕ ਮੇਨ। ਬਿਲਕੁਲ ਰਿਜੈਕਸ਼ਨ, ਬਿਕਾਜ਼ ਜੇ ਤੁਹਾਡੇ 5.5 ਬੈਂਡ ਆ ਦੈਨ ਕੋਈ ਵੀ ਏਜੰਟ ਤੁਹਾਨੂੰ ਸ਼ੋਰਿਟੀ ਨਹੀਂ ਦਿੰਦਾ। अर्लियर क्यूबेक ਚ ਕੀ ਹੁੰਦਾ ਸੀ, ਵੈਨ ਆਲ ਦੀ ਕਾਲਜਸ ਵਰ ਐਲੀਜੀਬਲ ਫॉर ਦੀ ਪੋਸਟ ਗ੍ਰੈਜੂਏਟ ਵਰਕ ਪਰਮਿਟ, ਉਦੋਂ ਕਿਊਬੈਕ ਚ ਬਹੁਤ ਵੀਜ਼ਾਸ ਲੱਗ ਰਹੇ ਸੀ। ਬਟ ਨਾਓ ਜਦੋਂ ਦਾ ਕਿਊਬੈਕ ਮਿਨਿਸਟਰੀ ਨੇ ਅਨਾਉਂਸ ਕਰ ਦਿੱਤਾ ਹੈ ਕਿ देयर majority of the colleges are not eligible for PGWP, since then Quebec ਸਿਰਫ CDI ਕਾਲਜ ਹੈ। ਓਕੇ ਜੀ। ਓਕੇ। ਦਾ ਵੀ ਰਿਜੈਕਸ਼ਨ ਰੇਟ ਬਹੁਤ ਹਾਈ ਹੋ ਚੁੱਕਿਆ ਆ। ਹਾਂਜੀ। ਸੋ ਸਟੱਡੀ ਵੀਜ਼ਾ ਜੇ ਤੁਸੀਂ ਇੰਡੀਆ ਤੋਂ ਲਗਵਾਉਣਾ ਹੈ, ਮੇਕ ਸ਼ੋਰ ਕਿ ਤੁਸੀਂ ਆਪਣੇ ਬੈਂਡ ਸਕੋਰ ਪ੍ਰੋਪਰ ਲਓ। ਸੋ ਐਸਡੀਐਸ ਦੇ ਅੰਡਰ ਹੀ ਫਾਈਲ ਲਗਾਓ। ਅਗਰ ਤੁਸੀਂ ਨਾਨ ਐਸਡੀਐਸ ਦੇ ਅੰਡਰ ਲਗਾਣੀ ਹੈ, ਦੈਨ ਮੇਕ ਸ਼ੋਰ you have proper funds, GIC ਦੇ ਨਾਲ ਤੁਹਾਡੇ ਜਿਹੜੇ ਅਕਾਊਂਟਸ ਫੰਡਸ, ਤੁਹਾਡੇ ਪੇਰੈਂਟਸ ਦੇ ਪ੍ਰੋਪਰਟੀ ਇਵੈਲੂਏਸ਼ਨ, ਓਕੇ ਜੀ, ਤੁਹਾਡਾ ਫੀਲਡ ਆਫ ਸਟੱਡੀ ਪ੍ਰੋਪਰ ਹੋਣੀ ਚਾਹੀਦੀ ਹੈ। ਓਕੇ ਜੀ। ਸਾਰੀਆਂ ਚੀਜ਼ਾਂ ਪ੍ਰੋਪਰ ਤੁਹਾਡੇ ਫੀਲਡ ਦੀਆਂ ਹੋਣੀਆਂ ਚਾਹੀਦੀਆਂ ਨੇ, ਫਿਰ ਹੀ ਸਟੱਡੀ ਵੀਜ਼ਾ ਫਾਈਲ ਕਰੋ, ਅਦਰਵਾਈਜ਼ ਤੁਸੀਂ ਰਿਫਿਊਜ਼ਲ 100% ਫੇਸ ਕਰੋਗੇ। ਓਕੇ ਜੀ। ਓਕੇ, ਬਿਲਕੁਲ ਜੀ, ਬਿਲਕੁਲ। ਬੋਲੋ ਤੁਸੀਂ ਕੀ ਬੋਲ ਰਹੇ ਹੋ? ਮੇਕ ਸ਼ੋਰ ਜਿਹੜੀ ਵੀ ਤੁਸੀਂ ਐਸਓਪੀ ਇੰਡੀਆ ਤੋਂ ਬਣਵਾਉਂਦੇ ਹੋ, ਡੋਂਟ ਜਸਟ ਕਾਪੀ ਪੇਸਟ ਇਟ। ਸੋ ਆਪਣੀ ਸਟੱਡੀਜ਼ ਦੇ ਅਕੋਰਡਿੰਗ ਟੂ, ਫੋਰ ਐਗਜ਼ਾਮਪਲ ਕਿ ਵਾਟ ਇਜ਼ ਦ ਰੀਜ਼ਨ ਵਾਈ ਯੂ ਵਾਂਟ ਟੂ ਗੋ ਟੂ ਕੈਨੇਡਾ, ਕਿ ਤੁਸੀਂ ਆਹ ਕੋਰਸ ਸਪੈਸੀਫਿਕਲੀ ਕਿਉਂ ਲਿਆ ਹੈ, ਸੋ ਕਿਵੇਂ ਤੁਸੀਂ ਉੱਥੇ ਜਾ ਕੇ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਸਪੋਰਟ ਕਰੋਗੇ। ਠੀਕ ਹੈ ਜੀ, ਠੀਕ ਹੈ, ਸਹੀ ਹੈ, ਇਹਦੇ ਵਿੱਚ ਲਿਖੋ। ਓਕੇ ਜੀ। ਓਕੇ। ਸੋ ਇੱਥੇ ਇੱਕ ਆਪਾਂ ਥੋੜਾ ਜਿਹਾ ਟੌਪਿਕ, ਚਲੋ ਇਹ ਤਾਂ ਹੈਗਾ ਹੀ ਹੈਗਾ, ਇਹਨੂੰ ਇੱਥੇ ਹੋਲਡ ਕਰਕੇ ਇੱਕ ਆਪਾਂ ਪੁੱਛੇ, ਜਿਹੜੇ ਆਲਮੋਸਟ ਹੁਣ ਮੌਂਟਰੀਅਲ 'ਚ ਕਾਫੀ ਕਾਲਜ ਬਲੈਕ ਲਿਸਟ ਗਏ ਸੀਗੇ ਜੀ, ਉਹ ਬਲੈਕ ਲਿਸਟ ਹੁਣ ਸਟਿਲ ਹੈਗੇ ਨੇ ਉਹ, ਜਾਂ ਕਈਆਂ ਦੀ ਫੀਸਾਂ ਹੀ ਇਦਾਂ ਹੀ ਪਈਆਂ ਨੇ? ਸਟਿਲ ਉਹਨਾਂ ਸਾਰਿਆਂ ਦੇ ਹਜੇ ਵੀ ਕੇਸਿਸ ਚੱਲ ਰਹੇ ਨੇ, ਬਿਕਾਜ਼ देयर वाज वन ਕਾਲਜ, ਐਮ ਕਾਲਜ, ਸੋ ਜਿਹਦੇ 'ਚ ਹਲੇ ਵੀ ਬੱਚਿਆਂ ਨੇ, ਉਹਨਾਂ ਨੇ ਕੀ ਜਿਹੜੇ ਬੱਚਿਆਂ ਦੇ ਆਵਰਸ ਸੀ ਉਹ 1 ਸਾਲ ਦੇ ਵਿੱਚ ਹੀ ਪੂਰੇ ਕਰਵਾਤੇ। ਸੋ ਨਾਓ ਵੈਨ ਦੇ ਆਰ ਅਪਲਾਈਂਗ ਫॉर द PGWP, ਸਮ ਆਫ them ਆਰ ਗੈਟਿੰਗ ਇਟ ਫॉर 1 ईयर, ਬਟ ਕਈ ਬੱਚੇ ਰਿਜੈਕਸ਼ਨਸ ਵੀ ਫੇਸ ਕਰ ਰਹੇ ਨੇ।
ਸੋ ਸਟਿਲ देयर ਆਰ ਥਾਊਜ਼ੈਂਡਸ ਆਫ ਸਟੂਡੈਂਟ ਜਿਨ੍ਹਾਂ ਦੀ ਹਜੇ ਵੀ ਕਾਲ ਆਉਂਦੀ ਹੈ ਕਿ ਮੈਮ ਸਾਡੀ ਫੀਸ ਰੀਫੰਡ ਨਹੀਂ ਹੋਈ ਐਂਡ ਆਲ ਦੈਟ। ਓਕੇ ਜੀ। ਕਿਡਸ ਆਰ ਸਟਿਲ ਸਟਰਗਲਿੰਗ। ਫਿਰ ਇਹਦੇ ਨਾਲ ਤਾਂ ਜੀ ਨਾ ਹੀ ਲਾਈਏ ਮੌਂਟਰੀਅਲ ਨੂੰ, ਰਾਈਟ? ਬੈਟਰ ਹੈ ਕਿ ਅਗਰ ਤੁਸੀਂ ਮੌਂਟਰੀਅਲ ਚਾਹਣਾ ਹੈ ਸਿਰਫ ਗੋ ਫॉर ਦੀ CDI ਕਾਲਜ, ਨਾਟ ਐਨੀ ਅਨਦਰ ਕਾਲਜ। ਬਿਲਕੁਲ ਜੀ। ਹੁਣ ਸੁਣ ਲਿਆ ਤੁਸੀਂ ਸਾਰਿਆਂ ਨੇ ਜਿਹੜੇ ਸਟੂਡੈਂਟ ਵੀਜ਼ੇ ਤੇ ਆ ਰਹੇ ਨੇ ਵੀ ਇਦਾਂ ਦਾ ਕੋਈ ਨਹੀਂ ਹੈਗਾ ਵੀ ਕੈਨੇਡਾ ਤੁਹਾਨੂੰ ਵੜਨ ਨਹੀਂ ਦਿੰਦੇ। ਤੁਹਾਡੀ ਜਦੋਂ ਫਾਈਲ ਹੀ ਨਹੀਂ ਪ੍ਰੋਪਰ ਬਣੀ ਹੋਈ ਤਾਂ ਤੁਸੀਂ ਤੁਹਾਨੂੰ ਵੀਜ਼ਾ ਕਿਵੇਂ ਮਿਲੂਗਾ? ਹੁਣ ਇੱਥੇ ਵੀਜ਼ਾ ਰਿਜੈਕਸ਼ਨ ਹੁਣ ਸਪਾਊਸ ਦੀ ਬਹੁਤ ਆਉਂਦੀ ਮੈਮ। ਸਪਾਊਸ ਦਾ ਵੀ ਕੀ ਕਾਰਨ ਆ ਵੀ ਜਿਹੜੇ ਜਿੱਦਾਂ ਉਹਨਾਂ ਦੀਆਂ ਮੈਸੇਜ ਇੱਥੇ ਪਹੁੰਚ ਚੁੱਕੀਆਂ ਨੇ, ਇੱਥੋਂ ਵੀਜ਼ਾ ਅਪਲਾਈ ਕਰਦੇ ਨੇ, ਰਿਜੈਕਸ਼ਨ ਲੱਗ ਰਹੀ ਹੈ, ਬਹੁਤ ਲੱਗ ਰਹੀ ਹੈ ਹੁਣ ਜੀ। ਕਾਰਨ ਕੀ ਵਾ? ਸੋ ਇਹਦੇ ਤੇ ਅੱਜ ਮੈਂ ਤੁਹਾਨੂੰ ਥੋੜੀ ਜਿਹੀ ਡੀਟੇਲ ਇਨਫੋਰਮੇਸ਼ਨ ਦਊਂਗੀ ਬਿਕਾਜ਼ ਸਪਾਊਸਲ ਓਪਨ ਵਰਕ ਪਰਮਿਟ ਨਾਲ ਅਸੀਂ ਬਹੁਤ ਜ਼ਿਆਦਾ ਡੀਲ ਕਰਦੇ ਹਾਂ। ਐਵਰੀ ਵੀਕ ਲਾਈਕ ਵੀ ਆਰ ਸਬਮਿਟਿੰਗ 100 ਆਫ ਐਪਲੀਕੇਸ਼ਨਸ। ਓਕੇ ਜੀ। ਸੋ ਫਰਸਟ ਆਫ ਆਲ ਸਪਾਊਸਲ ਓਪਨ ਵਰਕ ਪਰਮਿਟ ਦਾ ਜਿਹੜਾ ਰਿਜੈਕਸ਼ਨ ਰੀਜ਼ਨ ਆ, ਲੋਕੀ ਜਿਨ੍ਹਾਂ ਦੀਆਂ ਪਹਿਲੀਆਂ ਪ੍ਰੀਵੀਅਸ ਰਿਫਿਊਜ਼ਲਸ ਨੇ, ਓਕੇ ਜੀ, ਸੋ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਪਹਿਲੀ ਫਾਈਲ 'ਚ ਕੀ ਲੱਗਿਆ ਆ। ਦੇ ਆਰ ਨਾਟ ਈਵਨ ਅਵੇਅਰ ਕਿ ਉਹਨਾਂ ਨੇ ਸੈਲਫ ਏਮਪਲੋਇਡ ਪਾਇਆ ਆ, ਫਾਰਮਰ ਪਾਇਆ ਆ, ਜਾਂ ਕੋਈ ਜੌਬ ਲੈਟਰ ਪਾ ਕੇ ਬਣਾ ਕੇ ਲਗਾਈ ਆ। ਓਕੇ ਜੀ। ਓਕੇ। ਉਹ ਜਦੋਂ ਆਪਾਂ ਸਬਮਿਟ ਕਰਦੇ ਹਾਂ ਸੋ ਆਪਣਾ ਫਰਸਟ ਰਿਫਿਊਜ਼ਲ ਰੀਜ਼ਨ ਆ ਜਾਂਦਾ ਹੈ ਕਿ ਤੁਸੀਂ ਜੈਨੂਇਨ ਆਨਸਰ, ਟਰੂਥਫੁਲੀ ਆਨਸਰ ਨਹੀਂ ਕੀਤੇ। ਓਕੇ। ਦੇ ਨਾਲ ਆਪਾਂ ਨੂੰ ਪ੍ਰੋਸੀਜਰਲ ਫੇਅਰਨੈਸ ਦੀ ਲੈਟਰ ਆਉਂਦੀ ਹੈ ਤੇ ਪ੍ਰੋਸੀਜਰਲ ਫੇਅਰਨੈਸ ਦੀ ਲੈਟਰ ਤੋਂ ਬਾਅਦ ਮੈਜੋਰਿਟੀ ਆਫ ਦਾ ਟਾਈਮ ਸਾਨੂੰ ਰਿਜੈਕਸ਼ਨ ਹੀ ਫੇਸ ਕਰਨੀ ਪੈਂਦੀ ਹੈ। ਬਿਲਕੁਲ ਜੀ, ਬਿਲਕੁਲ। ਐਂਡ ਸੈਕੰਡ ਰੀਜ਼ਨ ਆਪਾਂ ਲੈ ਚੱਲਾਂਗੇ ਸਪਾਊਸਲ ਓਪਨ ਚ ਆਉਂਦਾ ਹੈ ਕਿ ਫੰਡਸ ਨੂੰ ਲੈ ਕੇ। ਓਕੇ। ਜਦੋਂ ਤੁਸੀਂ ਤੁਹਾਡੇ ਸਪਾਊਸਸ ਹੁੰਦੇ ਨੇ ਈਦਰ ਦੇ ਆਰ ਔਨ ਸਟੂਡੈਂਟ ਵੀਜ਼ਾ ਔਰ ਦੇ ਆਰ ਔਨ ਸਪਾਊਸਲ ਓਪਨ ਵਰਕ ਪਰਮਿਟ। ਓਕੇ ਜੀ। ਮੇਕ ਸ਼ੋਰ ਕਿ ਤੁਸੀਂ ਜਿਹੜਾ ਲਾਈਕ 10 to 12,000 ਇਨ ਆਪਣੇ ਅਕਾਊਂਟ ਸ਼ੋ ਕਰੋ। ਓਕੇ ਜੀ। ਜਿਹੜੇ ਤੁਹਾਡੇ ਇੰਡੀਆ ਤੁਸੀਂ 7 ਲੱਖ ਅਗਰ ਵੱਧ ਵੀ ਕਰ ਸਕਦੇ ਹੋ, ਇਟ ਵਿਲ ਬੈਨੀਫਿਟ ਅਸ। ਓਕੇ ਜੀ। ਅਲੋਂਗ ਓਕੇ। ਵਿਦ ਦੈਟ ਤੁਹਾਡੀਆਂ ITRs, ਤੁਹਾਡੀ ਪ੍ਰਾਪਰਟੀ ਇਵੈਲੂਏਸ਼ਨ, ਅਲੋਂਗ ਵਿਦ ਦੈਟ ਅਗਰ ਤੁਸੀਂ ਕੰਮ ਕੀਤਾ ਜੌਬ ਲੈਟਰ ਐਂਡ ਸੈਲਰੀ ਸਲਿਪ। ਓਕੇ ਜੀ। ਸੋ ਅਗਰ ਇਹ ਤੁਸੀਂ ਆਪਣੇ ਫੰਡਸ ਜਿਹੜੇ ਪ੍ਰੋਪਰ ਸੈਗਰੀਗੇਟ ਕਰੋਗੇ ਐਪਲੀਕੇਸ਼ਨ ਚ, ਸੋ ਯੂ ਵਿਲ ਫੇਸ ਅਪਰੂਵਲ 100%। ਬਿਲਕੁਲ ਜੀ, ਬਿਲਕੁਲ। ਐਂਡ ਥਰਡ ਰੀਜ਼ਨ ਆਪਣਾ ਆ ਜਾਂਦਾ ਹੈ ਇੰਪੋਰਟੈਂਟ ਰਿਲੇਸ਼ਨਸ਼ਿਪ ਨੂੰ ਲੈ ਕੇ। ਅੱਜਕੱਲ ਬਹੁਤ ਕੁਐਸਚਨ ਮਾਰਕ ਪੈਂਦਾ ਹੈ ਜਦੋਂ ਰਿਫਿਊਜ਼ਲ ਰੀਜ਼ਨਸ ਦੇਖਦੇ ਕਿ ਯੂਰ ਰਿਲੇਸ਼ਨਸ਼ਿਪ ਇਜ਼ ਨਾਟ ਜੈਨੂਇਨ। ਮੈਜੋਰਿਟੀ ਆਫ ਦੇ ਕੇਸਿਸ ਜਦੋਂ ਪਤਾ ਹੈ ਕਿ ਆਪਾਂ ਨੂੰ ਸਾਡੇ ਪੇਰੈਂਟਸ ਅਵੇਅਰ ਨਹੀਂ ਹੁੰਦੇ ਸਾਡੀ ਇੰਡੀਆ 'ਚ ਮੈਰਿਜ ਲਈ, ਉਹਨਾਂ ਤੇ ਜਦੋਂ ਕੁਐਸਚਨ ਮਾਰਕ ਆਉਂਦਾ ਵੀ ਆਰ ਕਲੀਅਰ ਦੈਟ ਹਾਊ ਵੀ ਹੈਵ ਟੂ ਐਕਸਪਲੇਨ ਇਟ। ਬਟ ਜਦੋਂ ਤੁਸੀਂ ਇੰਡੀਆ 'ਚ ਮੈਰਿਜ ਪ੍ਰੋਪਰ ਕੀਤੀ ਹੁੰਦੀ ਹੈ, ਸਾਰਾ ਕੁਝ ਪ੍ਰੋਪਰ ਕੀਤਾ ਹੁੰਦਾ ਹੈ, ਸੋ ਦੈਨ ਇਲੈਬੋਰੇਟ ਇਟ ਅਕੋਰਡਿੰਗਲੀ ਕਿ ਉਹਦੇ ਸਾਰੀਆਂ ਪ੍ਰੋਪਰ ਆਪਣੀ ਲਵ ਸਟੋਰੀ ਕਿੱਦਾਂ, ਅਰੇਂਜ ਮੈਰਿਜ ਵੀ ਹੋਈ, ਸਾਰੀਆਂ ਉਹਦੀਆਂ ਡੀਟੇਲਸ ਪਾਓ, ਪ੍ਰੋਪਰ ਪਿਕਚਰਸ ਪਾਓ, ਤੁਸੀਂ ਡੈਵਿਡਸ ਲੋ ਆਪਣੇ ਰਿਲੇਟਿਵਸ ਤੋਂ, ਸਾਰੀਆਂ ਚੀਜ਼ਾਂ ਮੈਂਸ਼ਨ ਕਰੋ। ਪਰ ਮੋਸਟਲੀ ਤਾਂ ਮੈਂਸ਼ਨ ਹੀ ਨਹੀਂ ਕਰਦੇ ਜੀ ਵੀ ਵਿਆਹੇ ਹੋਏ ਨੇ ਜਾਂ ਹਨਾ, ਇਦਾਂ ਹੀ ਹੁੰਦਾ। ਇੰਡੀਆ ਤੋਂ ਐਂਡ ਮੋਸਟ ਇੰਪੋਰਟੈਂਟ ਥਿੰਗ, ਜਦੋਂ ਤੁਸੀਂ ਇੰਡੀਆ ਤੋਂ ਸਟੱਡੀ ਵੀਜ਼ਾ ਲਗਵਾਉਂਦੇ ਹੋ, ਇਫ ਯੂ ਗਾਟ ਮੈਰਿਡ ਬਿਫੋਰ, ਤੁਸੀਂ ਸਟੱਡੀ ਵੀਜ਼ਾ ਫਾਈਲ ਲਗਾਉਣ ਤੋਂ ਪਹਿਲਾਂ ਵਿਆਹ ਕਰਵਾ ਚੁੱਕੇ ਹੋ, ਸੋ ਦੈਨ ਗੈਟ ਯੂਰ ਮੈਰਿਜ ਰਜਿਸਟਰਡ ਤੇ ਫਿਰ ਆਪਣਾ ਤੁਸੀਂ ਇੰਡੀਆ ਤੋਂ ਮੈਂਸ਼ਨ ਕਰਕੇ ਆਓ। ਬਿਕਾਜ਼ ਬਹੁਤ ਕੇਸਿਸ ਅਸੀਂ ਇਦਾਂ ਦੇ ਡੀਲ ਕਰ ਰਹੇ ਹਾਂ ਕਿ ਸਾਡੇ ਏਜੰਟ ਨੇ ਕਿਹਾ ਕਿ ਤੁਸੀਂ ਵਿਆਹ ਕਰਵਾ ਲਓ ਤੇ ਵਿਆਹ ਕਰਵਾ ਕੇ ਫਾਈਲ ਸਿੰਗਲ ਦੇ ਲਗਾ ਕੇ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਫਿਰ ਫਾਈਲ ਰਜਿਸਟਰ ਕਰਵਾਉਂਦੇ ਨੇ। ਓਕੇ ਜੀ। ਫਿਰ ਇੱਥੇ ਆ ਕੇ ਉਹ ਬੱਚੇ ਬਹੁਤ ਸਫਰ ਕਰਦੇ ਨੇ। ਓਕੇ ਜੀ। ਇੰਪੋਰਟੈਂਟ ਥਿੰਗ ਮੈਂ ਸਪਾਊਸਲ ਓਪਨ ਵਰਕ ਪਰਮਿਟ ਵਾਲਿਆਂ ਲਈ ਇਹ ਕਲੀਅਰ ਕਰਨਾ ਚਾਹੁੰਦੀ ਹਾਂ। ਸੋ ਅਗਰ ਫੋਰ ਐਗਜ਼ਾਮਪਲ ਇੰਡੀਆ ਤੋਂ ਬਹੁਤ ਸਾਰੇ ਏਜੰਟ ਤੁਹਾਨੂੰ ਕਹਿ ਦਿੰਦੇ ਨੇ ਕਿ ਤੁਸੀਂ ਕੋਈ ਲਾਈਕ ਇਫ ਯੂ ਗਾਇਜ਼ ਆਰ ਡੂਇੰਗ ਫਾਰਮਿੰਗ ਦੇ ਨਾਲ ਤੁਸੀਂ ਕੋਈ ਆਪਣਾ ਪੇਰੋਲ ਚਲਵਾ ਲਓ, ਇਦਾਂ ਕਰ ਲਓ, ਇੰਡੀਆ ਤੋਂ ਸੈਲਰੀ ਅਕਾਊਂਟ 'ਚ ਪਵਾ ਲਓ। ਸੋ ਫਰਸਟ ਆਫ ਆਲ ਗਾਇਜ਼ ਡੋਂਟ ਡੂ ਐਨੀਥਿੰਗ ਲਾਈਕ ਦੈਟ। ਅਗਰ ਤੁਸੀਂ ਫਾਰਮਿੰਗ ਕਰ ਰਹੇ ਹੋ, ਡੇਅਰੀ ਫਾਰਮਿੰਗ ਹੋ, ਡਾਕੂਮੈਂਟਸ ਲਗਾਓ। ਕਿਸੇ ਦੇ ਵੀ ਕਹਿਣ ਤੇ ਅਗਰ ਤੁਸੀਂ ਕੋਈ ਜੈਨੂਇਨ ਕੰਮ ਨਹੀਂ ਕਰ ਰਹੇ ਤਾਂ ਕੋਈ ਵੀ ਸੈਲਰੀ ਜਾਂ ਕੋਈ ਵੀ ਉਹਦੀਆਂ ਫੇਕ ITRs ਆਪਣੇ ਅਕਾਊਂਟ 'ਚ ਨਾ ਪਵਾਓ। ਸੋ ਵਟ ਐਵਰ ਯੂ ਆਰ ਡੂਇੰਗ ਇਨ ਇੰਡੀਆ, ਸੋ ਜਸਟ ਉਹ ਡਾਕੂਮੈਂਟਸ ਨਾਲ ਲਗਾ ਕੇ ਆਪਣੀ ਐਪਲੀਕੇਸ਼ਨ ਲਗਾ ਦਿਓ। ਬਿਕਾਜ਼ ਰੀਸੈਂਟਲੀ ਵੀ ਕੰਪਲੀਟਡ ਵਨ ਐਪਲੀਕੇਸ਼ਨ ਜਿਨ੍ਹਾਂ 'ਚ ਕਲਾਇੰਟ ਨੇ ਇੰਡੀਆ ਤੋਂ 10th ਪਾਸ ਆਊਟ ਸੀਗੇ ਐਂਡ ਕਿਸੇ ਦੇ ਕਹਿਣ ਤੇ ਉਹਨਾਂ ਨੇ ਅਕਾਊਂਟੈਂਟ ਦਾ ਐਕਸਪੀਰੀਅੰਸ ਸ਼ੋ ਕਰਕੇ 45,000 ਸੈਲਰੀ ਆਪਣੇ ਅਕਾਊਂਟ 'ਚ ਪਵਾ ਰਹੇ ਸੀ। ਕੋਈ ਸੈਂਸ ਹੀ ਨਹੀਂ ਬਣਦੀ ਉਹ ਚੀਜ਼ ਦੀ, ਜਿਹੜੀ ਕੋਈ ਜੈਨੂਇਨ ਚੀਜ਼ ਹੀ ਨਹੀਂ ਲੱਗ ਰਹੀ ਹੈਗੀ। ਸੋ ਇਦਾਂ ਦੀਆਂ ਕੋਈ ਵੀ ਚੀਜ਼ ਨਾ ਕਰੋ, ਇਟ ਵਿਲ ਰਿਜ਼ਲਟ ਇਨ ਮਿਸਰਿਪ੍ਰੈਜ਼ੈਂਟੇਸ਼ਨ। ਬਿਕਾਜ਼ ਬਹੁਤ ਸਾਰੇ ਬੱਚੇ ਮਿਸਰਿਪ੍ਰੈਜ਼ੈਂਟੇਸ਼ਨ ਫੇਸ ਕਰ ਰਹੇ ਨੇ ਡਿਊ ਟੂ ਆਲ ਦਿਸ ਰੀਜ਼ਨਸ ਕਿ ਉਹ ਆਪਣੇ ਫੇਕ ਡਾਕੂਮੈਂਟ ਬਣਵਾ ਲੈਂਦੇ ਨੇ, ਆਪਣੀ ਐਜੂਕੇਸ਼ਨ ਹਾਈਡ ਆਊਟ ਕਰ ਲੈਂਦੇ ਨੇ, ਆਪਣੇ ਜਿਹੜੀਆਂ ਪ੍ਰੀਵੀਅਸ ਰਿਫਿਊਜ਼ਲਸ ਨੇ ਉਹ ਨਹੀਂ ਸ਼ੋ ਕਰਦੇ। ਹਾਂਜੀ, ਇਹ ਜ਼ਰੂਰ ਬਾਈ ਇਹ ਧਿਆਨ ਨਾਲ ਜਿਹੜੀਆਂ ਲਾਸਟ 2 ਵੀਡੀਓ ਪਾਈਆਂ, ਜਿਹੜੇ ਬਾਈ ਇੱਕ ਤੇ ਬੈਨ ਲੱਗਿਆ, ਇੱਕ ਬਾਈ ਤੇ ਜਿੱਦਾਂ ਹੁਣ ਕੁਛ ਨਹੀਂ ਹੈਗਾ, ਰਿਫਿਊਜੀ ਸਭ ਕੋ ਪਾਸਪੋਰਟ ਫੜ ਰੱਖਿਆ, ਉਹ ਆਹੀ ਸ਼ਿਕਾਰ ਹੋਏ ਆ ਵੀ ਉਹਨਾਂ ਨੇ ਸਹੀ ਚੀਜ਼ ਸ਼ੋਅ ਨਹੀਂ ਕੀਤੀ। ਸੋ ਮੈਮ ਹੁਣ ਆਪਾਂ ਚਲੋ ਇਹ ਇੱਥੇ ਹੋ ਗਿਆ, ਹੁਣ ਆਪਾਂ ਮਾੜਾ ਜਿਹਾ ਅੱਗੇ ਵਧੀਏ। ਆਪਣਾ ਹੁਣ ਇਹ ਸਵਾਲ ਜਿੱਦਾਂ ਜਿਹੜਾ ਮਾਪਿਆਂ ਦੇ ਵੀਜ਼ੇ ਹੁਣ ਨਿਕਲ ਰਹੇ ਨੇ, ਜਿਵੇਂ ਹੁਣ ਮੈਂ PR ਹਾਂ ਜੀ, ਦੇਖੋ ਹੁਣ ਮੇਰੇ ਮੰਮੀ ਡੈਡੀ ਨੇ ਆਉਣਾ, ਉਹਨਾਂ ਦੇ ਲਈ ਹੁਣ ਆਪਣੇ ਜਿਹੜਾ ਨਵਾਂ ਪ੍ਰੋਗਰਾਮ ਸੁਣਿਆ ਹੁੰਦੀ ਨਾ, ਉਹਦੇ ਬਾਰੇ ਦੱਸੋ ਮਾੜਾ ਜਿਹਾ ਕਿਹੜਾ ਪ੍ਰੋਗਰਾਮ ਆ ਰਿਹਾ? ਗ੍ਰੈਂਡ ਪੇਰੈਂਟਸ ਦੀ IRCC ਵੱਲੋਂ ਡਿਟੇਲਸ ਅਨਾਉਂਸ ਕੀਤੀਆਂ ਗਈਆਂ ਨੇ। ਸੋ ਹੋਪਫੁਲੀ ਬਾਈ ਦੀ ਐਂਡ ਆਫ ਦਿਸ ਵੀਕ, ਜਿਹੜਾ ਨੈਕਸਟ ਵੀਕ ਆ ਰਿਹਾ, ਔਰ ਇਨ ਦੀ ਫਰਸਟ ਵੀਕ ਆਫ ਅਕਤੂਬਰ PGP ਪ੍ਰੋਗਰਾਮ ਲਾਂਚ ਕਰਨਗੇ। ਓਕੇ। ਸੋ ਅਗਰ ਆਪਾਂ 3 ਇਅਰਸ ਦੀ ਇਨਕਮ ਮੀਟ ਕਰਦੇ ਹਾਂ, ਸੋ ਐਸ ਪਰ IRCC's ਜਿਹੜਾ ਇਹਨਾਂ ਦਾ ਇਨਕਮ ਚਾਰਟ ਹੈ, ਸੋ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦਾਂਗੀ। ਸੋ ਅਗਰ ਉਹ ਮੀਟ ਕਰਦੇ ਹੋ, ਸੋ ਆਪਣਾ ਪਹਿਲਾ ਸਟੈਪ ਇਹ ਹੋਏਗਾ ਕਿ ਆਪਾਂ ਇੰਟਰਸਟ ਟੂ ਸਪਾਂਸਰ ਫਾਰਮ ਭਰਨਾ ਆ। ਉਹਦੇ ਵਿੱਚ ਤੁਸੀਂ ਆਪਣੀਆਂ ਬੀਇੰਗ ਅ ਸਪਾਂਸਰ, ਤੁਹਾਡੀਆਂ ਡਿਟੇਲਸ, ਤੁਹਾਡੀਆਂ ਵਾਈਫ ਦੀਆਂ ਡਿਟੇਲਸ ਐਂਡ ਆਪਣੇ ਮਮ ਡੈਡ ਦੀਆਂ ਡਿਟੇਲਸ ਦੇ ਨਾਲ ਆਪਾਂ ਉਹਨਾਂ ਦਾ ਪਾਸਪੋਰਟ ਅਪਲੋਡ ਕਰਨਾ ਹੈ ਤੇ ਤੁਹਾਡਾ ਪਾਸਪੋਰਟ ਤੇ ਤੁਹਾਡੀ ਇਨਕਮ ਜਿਹੜੀ ਨੋਟਿਸ ਆਫ ਅਸੈਸਮੈਂਟ ਹੈ। ਸਹੀ ਹੈ ਜੀ, ਸਹੀ ਹੈ। ਫਿਰ ਉੱਥੇ ਆਪਾਂ ਨੂੰ ਇੱਕ ਕਨਫਰਮੇਸ਼ਨ ਨੰਬਰ ਜਨਰੇਟ ਹੋ ਜਾਂਦਾ ਆ, ਜਿਹੜਾ ਕਿ ਆਪਾਂ ਸੇਵ ਕਰਕੇ ਰੱਖਣਾ ਆ। ਤੇ ਜਦੋਂ IRCC ਜਿਹੜੇ ਕਿ ਆਪਣਾ ਲੋਟਰੀ ਸਿਸਟਮ ਦੇ ਅਕੋਰਡਿੰਗ ਟੂ ਜਿਹੜੀਆਂ ਇਨਵੀਟੇਸ਼ਨ ਸੈਂਡ ਕਰਨੇ ਸ਼ੁਰੂ ਕਰਨਗੇ, ਤੇ ਇੱਥੇ ਆਪਣੇ ਕੋਲ ਕਨਫਰਮੇਸ਼ਨ ਨੰਬਰ ਹੈਗਾ ਆ। ਤੇ ਜਿਹੜੇ ਇਨਵੀਟੇਸ਼ਨਸ ਆਊਟ ਹੋਣਗੇ, ਅਗਰ ਆਪਣਾ ਉਹਦੇ 'ਚ ਨੰਬਰ ਆ ਜਾਂਦਾ ਹੈ, then we will receive an email from IRCC and ਆਪਣੇ ਕੋਲ 60 days ਨੇ to submit the complete application। ਓਕੇ ਜੀ, ਓਕੇ। ਸੋ ਸਹੀ ਹੈ। ਇੱਕ ਬਾਈ ਹੋਰ ਮੈਂ ਸਲਾਹ ਦੇਣਾ ਵੀ ਆਪਦਾ ਫਾਈਲਾਂ ਫੂਲਾਂ ਆਪਣਾ ਲਾਇਆ ਕਰੋ,
ਕਿਸੇ ਬੰਦੇ ਤੋਂ ਲਵਾ ਲਿਓ, ਕਿਉਂਕਿ ਆਪ ਵਿੱਚ ਕਈ ਵਾਰੀ ਕੋਈ ਡਾਕੂਮੈਂਟ ਰਹਿ ਜਾਂਦਾ, ਆਪਾਂ ਇੰਨੇ ਐਕਸਪਰਟ ਨਹੀਂ ਹੁੰਦੇ ਚੀਜ਼ 'ਚ, ਤੇ ਬਾਅਦ 'ਚ ਕਈ ਹੁੰਦੇ ਨੇ ਵਰਕ ਪਰਮਿਟ ਆਪ ਅਪਲਾਈ ਕਰ ਦਿੰਦੇ ਆ, ਬਾਅਦ 'ਚ ਉਧਰੋਂ ਜਿਹੜਾ ਹੁੰਦਾ ਵਰਕ PR ਜਾਂ ਪਿਛਲੇ ਡਾਕੂਮੈਂਟ ਆਪਣੇ ਐਕਸਪਾਇਰ ਹੋਣ ਵਾਲੇ ਹੁੰਦੇ ਨੇ ਆਲਮੋਸਟ, ਸੋ ਪਤਾ ਨਹੀਂ ਲੱਗਦਾ ਵੀ ਕੀ ਹੋਈ ਜਾਂਦਾ। ਸੋ ਕਮ ਸੇ ਕਮ ਕਿਸੇ ਐਕਸਪਰਟ ਕੋਲੇ ਜਾਇਓ। ਦਾ ਸਵਾਲ ਇਹ ਵੀ ਹੋ, ਚਲੋ ਮੈਮ ਸਪਾਊਸ ਵੀਜ਼ਾ ਹੋ ਗਿਆ, ਸਟੂਡੈਂਟ ਹੋ ਗਿਆ, ਇੱਥੇ ਕੀ ਹੁੰਦੇ ਨੇ ਵਿਜ਼ਿਟਰ ਵਾਲੇ ਬਹੁਤ ਹੁੰਦੇ ਨੇ, ਜਿਵੇਂ ਮੇਰੇ ਬ੍ਰਦਰ ਇਨ ਲਾ ਨੇ ਜਾਂ ਬਹੁਤੀਆਂ ਕੁੜੀਆਂ ਇੱਥੇ ਹੋਣਗੀਆਂ, ਉਹਨਾਂ ਦੇ ਭਰਾ ਆਏ ਹੁੰਦੇ ਨੇ ਨਾ, ਉਹਨਾਂ ਦੇ ਰਿਜੈਕਸ਼ਨ ਮੋਸਟਲੀ ਜਿਹੜਾ ਮੈਨੂੰ ਕੀ ਪਤਾ ਵੀ ਇਹ ਹੁੰਦਾ ਵੀ ਜਦੋਂ ਉਹ ਸਿੰਗਲ ਹੁੰਦੇ ਨੇ, ਜਿੱਦਾਂ ਹੁਣ 26-27 ਦੀ ਵਿਆਹ ਨਹੀਂ ਹੋਇਆ ਹੁੰਦਾ, ਵੀ ਰਿਜੈਕਸ਼ਨ ਤਾਂ ਵੀ ਲੱਗ ਜਾਂਦੀ ਹੈ, ਕਿਉਂਕਿ ਇਹਨਾਂ ਨੂੰ ਪਤਾ ਵੀ ਹੋਣਾ ਇਹਨਾਂ ਨੇ। ਉੱਥੇ ਹੋਰ ਕੀ ਕਮੀਆਂ ਛੱਡ ਦਿੰਦੇ ਆ ਵੀ ਆਪਣਾ ਵਿਜ਼ਿਟਰ ਵੀਜ਼ਾ ਜਿੱਦਾਂ ਯੰਗ ਏਜ ਦੇ ਵਿੱਚ ਵੀ ਰਿਫਿਊਜ਼ ਹੁੰਦਾ, ਜਾਂ ਬਾਕੀ ਕਈਆਂ ਦਾ ਹੁਣ ਮੇਰੀ ਮੰਮੀ ਦਾ ਹੀ ਲਾ ਲਓ ਜੀ 3-4 ਵਾਰੀ ਰਿਫਿਊਜ਼ ਹੋ ਗਿਆ ਸੀ, ਕਿਹੜੇ ਕਾਰਨ ਸੀਗੇ ਉਹ? ਸੋ ਵਿਜ਼ਟਰ ਵੀਜ਼ਾ ਅਰਲੀਅਰ ਜਦੋਂ ਆਪਾਂ 2017-18 ਦਾ ਸਾਰਾ ਆਪਾਂ ਚਾਰਟ ਕੱਢ ਕੇ ਦੇਖਿਓ, ਉਦੋਂ ਬਹੁਤ ਸਾਰੇ ਵੀਜ਼ਾਸ ਵਿਜ਼ਟਰ ਵੀਜ਼ਾਸ ਲੱਗ ਰਹੇ ਸੀ, ਬਟ ਸਿੰਸ ਆਫਟਰ ਕੋਵਿਡ ਵਿਜ਼ਟਰ ਵੀਜ਼ਾਸ ਨੇ ਜਿਹੜੇ ਬਹੁਤ ਘੱਟ ਮਿਲ ਰਹੇ ਨੇ। ਸੋ ਇਫ देयर ਆਰ ਮੈਨੀ ਐਪਲੀਕੇਸ਼ਨਸ ਜਿਨ੍ਹਾਂ 'ਚ ਪੇਰੈਂਟਸ ਦਾ ਵੀਜ਼ਾ ਵੀ ਅੱਜਕੱਲ੍ਹ ਰਿਫਿਊਜ਼ ਹੋ ਰਿਹਾ ਹੈ, ਕਿਉਂਕਿ ਉਹ ਗਵਰਨਮੈਂਟ ਜੌਬਸ ਤੇ ਨੇ, ਫੰਡਸ ਵੀ ਪ੍ਰੋਪਰ ਸ਼ੋ ਕੀਤਾ ਹੈ, still they are facing the rejections। so ਅੱਜਕੱਲ ਵਿਜ਼ਟਰ ਵੀਜ਼ਾ ਕਾਫੀ ਰਿਜੈਕਸ਼ਨਸ ਆਪਾਂ ਫੇਸ ਕਰ ਰਹੇ ਹਾਂ। the only reason behind that is ਕਿ IRCC ਹਜੇ ਵੀਜ਼ਾਸ ਘੱਟ ਦੇ ਰਹੀ ਹੈ, but if we can talk about the ਜਿਹੜੇ ਆਪਣੇ ਯੰਗ ਐਪਲੀਕੈਂਟਸ ਨੇ, ਸੋ ਯੰਗ ਐਪਲੀਕੈਂਟਸ ਕਈ ਕੀ ਕਰ ਜਾਂਦੇ ਨੇ, ਲਾਈਕ ਦੇ ਆਰ ਨਾਟ ਡੂਇੰਗ ਐਨੀਥਿੰਗ ਇਨ ਇੰਡੀਆ, ਸੋ ਚੀਜ਼ਾਂ ਕੁਝ ਪ੍ਰੋਪਰ ਆਪਣੀ ਫਾਈਲ 'ਚ ਮੈਂਸ਼ਨ ਹੀ ਨਹੀਂ ਕਰਦੇ ਕਿ ਅਸੀਂ ਕੁਝ ਇੰਪਲੋਇਮੈਂਟ ਡੀਟੇਲਸ ਐਡ ਅਪ ਕਰਵਾ ਲਈਏ ਜਾਂ ਕੁਝ ਕਰ ਲਈਏ। ਸੋ ਦੇ ਜਸਟ ਡੂ ਕਿ ਫਾਰਮਿੰਗ, ਤੇ ਫਾਰਮਿੰਗ ਜੇ ਅਸੀਂ ਲਗਾਉਂਦੇ ਆ ਤਾਂ ਉਹਦੇ ਜੇ ਫਾਰਮਸ ਵਗੈਰਾ ਜਮਾਬੰਦੀ ਉਹ ਸਭ ਕੁਝ ਮਿਸਿੰਗ ਹੁੰਦਾ ਹੈ। ਓਕੇ ਮੇਕ ਸ਼ੋਰ ਕਿ ਅਗਰ ਤੁਸੀਂ ਵਿਜ਼ਟਰ ਵੀਜ਼ਾ ਦੀ ਫਾਈਲ ਬੀਇੰਗ ਅ ਯੰਗ ਕਲਾਇੰਟ ਕਿ ਤੁਸੀਂ 27-28 ਦੀ ਤੁਹਾਡੀ ਏਜ ਹੈ, ਅਗਰ ਤੁਸੀਂ ਅਪਲਾਈ ਕਰਦੇ ਹੋ, ਆਪਣੀਆਂ ਫੈਮਿਲੀ ਟਾਈਜ਼ ਇਨ ਇੰਡੀਆ ਪ੍ਰੋਪਰ ਸ਼ੋ ਕਰੋ, ਤੁਸੀਂ ਆਪਣੀ ਇੰਪਲੋਇਮੈਂਟ ਡੀਟੇਲਸ ਪ੍ਰੋਪਰ ਸ਼ੋ ਕਰੋ, ਆਪਣੇ ਫੰਡ 7 ਤੋਂ 8 ਲੱਖ ਅਲੋਂਗ ਵਿਦ ਪ੍ਰੋਪਰਟੀ ਵੈਲਿਊਏਸ਼ਨ, ਆਪਣੇ ਫਾਦਰ ਵੱਲੋਂ ਫਾਈਨੈਂਸ਼ੀਅਲ ਸਪੋਰਟਿੰਗ, ਮੇਕ ਸ਼ੋਰ ਕਿ ਤੁਹਾਡੇ ਡਾਕੂਮੈਂਟਸ ਪ੍ਰੋਪਰ ਜਿਹੜੇ IRCC ਕੋਲ ਗਏ ਹੋਣ। ਬਿਲਕੁਲ ਜੀ ਬਿਲਕੁਲ। ਤੇ ਬਾਕੀ ਜਿਹੜੇ ਮੇਰੇ ਬਾਈ ਵਿਹਲੇ ਫਿਰਦੇ ਨੇ, ਜਿੱਦਾਂ ਹੁਣ ਜੌਬ ਜੂਬ ਕਰੋ ਮਾੜਾ ਮੋਟਾ ਹਨਾ, ਜਿਵੇਂ 35-40 ਹਜ਼ਾਰ ਅਕਾਊਂਟ 'ਚ ਆਉਂਦਾ, ਜਾਂ ਕੋਈ ਹਿਸਟਰੀ ਬਣਾਓ ਆਪਦੀ, ਜਿੱਦਾਂ ਕਿਸੇ ਕੰਟਰੀ 'ਚ ਵਿਜ਼ਿਟ ਹੁੰਦਾ ਮਾੜਾ ਮੋਟਾ, ਉਹਦੇ ਨਾਲ ਥੋੜ੍ਹਾ ਜਿਹਾ ਪਲੱਸ ਪੁਆਇੰਟ ਹੋ ਜਾਂਦੇ ਨੇ। ਸੋ ਆਪਾਂ ਚਲੋ ਜੀ ਇਹ ਵੀ ਹੋ ਗਿਆ ਸਾਰਾ, ਹੁਣ ਵਿਜ਼ਿਟਰ ਵੀ ਨਿਬੜ ਗਏ। ਹੁਣ ਜਿਹੜੇ ਇੱਥੇ ਪਹੁੰਚੇ ਹੋਏ ਨੇ, ਜਿਵੇਂ ਮੇਰੇ ਵਰਗੇ ਜਾਂ ਹੋਰ ਸਟੱਡੀ ਵੀਜ਼ੇ ਤੇ ਪਹੁੰਚ ਗਏ, ਉਹ ਤੋਂ ਬਾਅਦ ਉਹਨਾਂ ਨੇ ਹੁਣ ਜਿਹੜਾ ਪ੍ਰੋਗਰਾਮ ਆ ਰਿਹਾ, ਆਪਾਂ ਪੋਸਟ ਦੇਖੀ ਆ, ਪੋਸਟ ਮੈਂ ਵਿੱਚ ਅਟੈਚ ਕਰ ਦੂੰ ਵੀ PNP TR to PR ਹਾਂਜੀ TR to, ਉਹਦੇ ਬਾਰੇ ਮਾੜਾ ਦੱਸੋ ਵੀ TR to PR ਆਊਗਾ ਪੱਕਾ ਜੀ, ਕੀ ਕਹਿ ਸਕਦੇ ਤੁਸੀਂ? ਨਹੀਂ, ਸੋ ਗਾਇਜ਼ देयर इज नथिंग लाइक TR to PR, no new TR to PR is coming। IRCC ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੇ ਕਲੀਅਰਲੀ ਅਨਾਉਂਸ ਕਰਤਾ ਹੈ ਕਿ TR to PR ਨਿਊ ਪ੍ਰੋਗਰਾਮ ਨਹੀਂ ਆ ਰਿਹਾ। ਬਟ ਅੰਡਰ ਦੀ ਮੋਸ਼ਨ 44 they will be changing 5 things ਕਿ ਐਕਸਪ੍ਰੈਸ ਐਂਟਰੀ ਥੋੜੀ ਈਜ਼ੀ ਹੋਏਗੀ, ਉਹਦੇ 'ਚ ਆਪਾਂ ਨੂੰ ਕੈਨੇਡੀਅਨ ਵਰਕ ਐਕਸਪੀਰੀਅੰਸ ਤੇ ਜਿਹੜੇ ਕੈਨੇਡੀਅਨ ਸਟੱਡੀਜ਼ ਐਂਡ ਆਇਲਸ ਦੇ ਜ਼ਿਆਦਾ ਪੁਆਇੰਟਸ ਮਿਲਣਗੇ। ਸੈਕੰਡ ਦੇ ਆਰ ਮੇਕਿੰਗ ਦ PNPs ਮੋਰ। ਸਾਰੀਆਂ ਜਿਹੜੀਆਂ ਹੁਣ ਐਪਲੀਕੇਸ਼ਨਸ ਨੇ, ਅੱਗੇ ਪੇਪਰ ਐਪਲੀਕੇਸ਼ਨਸ ਵੀ ਲੱਗਦੀਆਂ ਸੀ ਜਿਨ੍ਹਾਂ ਦਾ ਪ੍ਰੋਸੈਸਿੰਗ ਟਾਈਮ ਲਾਈਕ 2-2.5 ਸਾਲ ਵੀ ਲੱਗ ਜਾਂਦੇ ਸੀ। ਸੋ ਸਾਰੀਆਂ ਐਪਲੀਕੇਸ਼ਨਸ ਹੁਣ ਆਪਣੀਆਂ ਆਨਲਾਈਨ ਹੋ ਚੁੱਕੀਆਂ ਨੇ। ਸੋ ਦੇ ਵਿਲ ਬੀ ਮੇਕਿੰਗ ਦੀ ਅਮੈਂਡਮੈਂਟਸ ਵੈਰੀ ਸੂਨ। ਓਕੇ ਜੀ ਓਕੇ। ਬਟ ਕੋਈ TR to PR ਪ੍ਰੋਗਰਾਮ ਦੀ ਵੇਟ ਨਾ ਕਰੋ। ਜਿਹੜੀ ਵੀ ਫੀਲਡ ਹੁਣ ਤੁਹਾਨੂੰ ਕੰਮ ਮਿਲਦਾ ਹੈ, ਸਟਾਰਟ ਇਟ ਐਂਡ ਸਬਮਿਟ ਯੋਰ ਐਪਲੀਕੇਸ਼ਨ ਅੰਡਰ ਐਕਸਪ੍ਰੈਸ ਐਂਟਰੀ ਐਂਡ ਆਲ ਦ PNP ਪ੍ਰੋਵਿੰਸਸ। ਓਕੇ ਜੀ, ਇਹ ਚਲੋ ਜੀ ਤਾਂ ਹੋ ਗਿਆ। ਹੁਣ ਵੀਰ ਮੇਰੇ ਕਈ ਟਰੱਕ ਚਲਾਉਂਦੇ ਜੀ, ਮੈਨੂੰ ਬੜੇ ਮੈਸੇਜ ਆਉਂਦੇ ਬਾਈ ਯਾਰ ਟਰੱਕ ਚਲਾਈ ਜਾਂਦੇ ਆ, ਵੀ ਇਹਦੇ 'ਚ PR ਹੈਗੀ ਆ ਜਾਂ ਟਰੱਕਿੰਗ ਦੇ ਵਿੱਚ ਐਂਟਰ ਹੋਣਾ, ਇਹਦੇ ਬਾਰੇ ਮਾੜਾ ਦੱਸੋ ਵੀ ਟਰੱਕਿੰਗ ਦੇ ਵਿੱਚ PR ਹੈ ਕਿ ਨਾ? ਸੋ ਹਾਂਜੀ, ਅਗਰ ਤੁਸੀਂ ਹੁਣ ਤੱਕ ਟਰੱਕਿੰਗ ਕੰਮ ਕਰਦੇ ਆ ਰਹੇ ਸੀ, ਸੋ ਟਿਲ ਨਾਓ ਯੂ ਗਾਇਜ਼ ਵਰ ਐਲੀਜੀਬਲ ਇਨ ਦੀ ਨੌਕਸੀ ਪੋਜੀਸ਼ਨ, ਸੋ ਜਿਹਦੇ ਨਾਲ ਆਪਣੀ ਓਨਟਾਰੀਓ 'ਚ ਇਨ ਡਿਮਾਂਡ ਸਟ੍ਰੀਮ ਦੇ ਅੰਡਰ ਫਾਈਲ ਲੱਗਦੀ ਸੀ PNP, ਟਰੱਕਿੰਗ PNP, ਐਂਡ ਹਰ ਇੱਕ ਪ੍ਰੋਵਿੰਸ ਦੀ ਆਪਣੀ ਟਰੱਕਿੰਗ PNP ਸੀਗੀ। ਫੋਰ ਐਗਜ਼ਾਮਪਲ ਨੌਕਸੀ ਸੈਮੀ ਸਕਿਲਡ PNP ਔਰ ਸੋ ਉਹਦੇ ਜਿਹਦੇ 'ਚ ਆਪਾਂ ਐਲੀਜੀਬਲ ਸੀ। ਫਰੋਮ ਨਵੰਬਰ ਜਿਹੜੀ ਆਪਣੀ 7511 ਨੌਕ ਕੋਡ ਹੈ ਟਰੱਕਿੰਗ ਦਾ, ਇਟਸ ਕਮਿੰਗ ਅੰਡਰ ਨੌਕ B। ਅਗਰ ਤੁਸੀਂ ਹੁਣ ਤੱਕ ਜਿਹੜਾ ਆਪਣਾ ਵਰਕ ਐਕਸਪੀਰੀਅੰਸ ਹੈ 1 ਸਾਲ ਦਾ ਪੇਰੋਲ ਤੇ ਅਕਮੂਲੇਟ ਕੀਤਾ ਹੈ, ਦੈਨ ਤੁਸੀਂ ਐਕਸਪ੍ਰੈਸ ਐਂਟਰੀ ਦੇ ਅੰਡਰ ਵੀ ਐਲੀਜੀਬਲ ਹੋ। ਸੋ ਅਗਰ ਉਸ ਤੋਂ ਬਾਅਦ ਨਵੰਬਰ ਤੋਂ ਬਾਅਦ ਜਿਹੜੀਆਂ ਹਰ ਇੱਕ PNP ਪ੍ਰੋਵਿੰਸਸ ਦੀਆਂ PNP ਆਪਣੀਆਂ ਚੇਂਜਸ ਇੰਪਲੀਮੈਂਟ ਕਰਨਗੀ। ਆਪਣੀ ਟਰੱਕਿੰਗ ਨੇ देयर आर 16 ਆਕੂਪੇਸ਼ਨਸ ਜਿਹੜੀਆਂ ਨੌਕ C ਤੋਂ ਨੌਕ B 'ਚ ਐਲੀਜੀਬਲ ਹੋ ਰਹੀਆਂ ਨੇ। ਸੋ ਫਰੋਮ ਨਵੰਬਰ 16 ਇੱਕ ਤਾਂ ਆਪਾਂ ਜੇ ਤੁਸੀਂ ਪੇਰੋਲ ਤੇ ਸਾਲ ਕੰਮ ਕੀਤਾ ਹੈ, ਆਪਾਂ ਤੁਹਾਡੀ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਕ੍ਰੀਏਟ ਕਰ ਸਕਦੇ ਹਾਂ। ਐਂਡ ਸੈਕੰਡ ਥਿੰਗ, ਜਿਹੜੀਆਂ ਹਰ ਇੱਕ ਪ੍ਰੋਵਿੰਸ ਚੇਂਜਸ ਕਰਨਗੇ ਆਪਣੇ PNP 'ਚ, ਬਿਕਾਜ਼ ਫਰੋਮ ਨੌਕ C ਟਰੱਕਿੰਗ ਇਜ਼ ਕਮਿੰਗ ਇਨਟੂ ਨੌਕ B। ਸੋ ਚੇਂਜਸ ਜਿਹੜੀਆਂ ਨੇ ਉਹ ਜਦੋਂ ਹੀ ਅਪਡੇਟ ਹੋਣਗੇ ਵਿਲ ਕੀਪ ਯੂ ਪੋਸਟਡ। ਬਟ ਐਟ ਦਿਸ ਮੂਮੈਂਟ ਅਗਰ ਤੁਸੀਂ ਓਨਟਾਰੀਓ 'ਚ 9 ਮਹੀਨੇ ਦਾ ਐਕਸਪੀਰੀਅੰਸ ਕੰਪਲੀਟ ਕੀਤਾ ਹੈ, ਤੁਸੀਂ ਟਰੱਕਿੰਗ PNP 'ਚ ਐਲੀਜੀਬਲ ਹੋ। ਆਪਣੀ ਐਪਲੀਕੇਸ਼ਨਸ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰੋ। ਅਗਰ ਕਿਸੇ ਵੀ ਹੋਰ ਪ੍ਰੋਵਿੰਸ ਫॉर ਐਗਜ਼ਾਮਪਲ ਵਿਨੀਪੈਗ, ਸਸਕੈਚੁਅਨ, ਨੋਵਾ ਸਕੋਸ਼ੀਆ ਕਿਤੇ ਵੀ ਸਾਲ ਦੇ ਐਕਸਪੀਰੀਐਂਸਸ ਕੰਪਲੀਟ ਕੀਤੇ ਨੇ, ਸੋ ਯੂ ਗਾਇਜ਼ ਆਰ ਐਲੀਜੀਬਲ ਟੂ ਅਪਲਾਈ ਫॉर ਯੂਰ PNP। ਓਕੇ ਜੀ। ਸੋ ਬਾਈ ਦੇਖੋ ਵੀ ਜੇ ਤੁਸੀਂ ਬੜਾ ਲੰਮੇ ਬਹਿ ਕੇ ਸਮਝਣਾ ਨਾ, ਮੈਂ ਐਡਰੈਸ ਨਾਲ ਚੱਲ ਰਿਹਾ ਇਹਨਾਂ ਦੇ ਆਫਿਸ ਦਾ। ਉੱਥੇ ਤੁਸੀਂ ਜਿਵੇਂ ਹੁਣ ਬਾਕੀ ਸਾਰੇ ਕੈਨੇਡਾ 'ਚ ਮੈਨੂੰ ਕਿੰਨੇ ਜਾਣਦੇ ਨੇ, ਮੈਨੂੰ ਬਹੁਤ ਸਵਾਲ ਆਉਂਦੇ ਆ ਵੀ ਟਰੱਕਾਂ ਵਾਲੇ ਵੀ PR ਹੈਗੀ ਆ। ਸੋ ਇਹਦੇ ਲਈ ਤਾਂ ਤੁਸੀਂ ਹੁਣ ਆਫਿਸ ਆ ਕੇ ਵਿਜ਼ਿਟ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਕਈਆਂ ਨੇ ਕਾਰਪੋਰੇਸ਼ਨ ਦੇ ਕੰਮ ਹੁੰਦਾ, ਕਈਆਂ ਦਾ ਪੇਰੋਲ ਵੀ ਚੱਲਿਆ ਹੁੰਦਾ। ਸੋ ਜੇ ਤੁਸੀਂ ਤੁਹਾਡਾ ਹੋਰ ਕੋਈ ਹੱਥ ਪੈਰ ਨਹੀਂ ਪੈ ਰਿਹਾ ਤਾਂ ਟਰੱਕਿੰਗ ਦੇ ਵਿੱਚ ਤੁਹਾਡੀ PR ਹੈਗੀ ਆ। ਹੁਣ ਤੱਕ ਦੀ ਤੁਸੀਂ ਗੱਲ ਸਾਰੀ ਸੁਣ ਲਈ, ਤੁਹਾਨੂੰ ਇੱਕ ਗੱਲ ਤਾਂ ਸਮਝ ਆ ਗਈ ਹੋਣੀ ਹੈ ਵੀ ਜੇ ਕੈਨੇਡਾ ਆਉਣਾ ਜਾਂ ਹੋਰ ਕਿਤੇ ਆਉਣਾ, ਤੁਸੀਂ ਸਿਰਫ ਏਜੰਟ ਤੇ ਨਾ ਸਿੱਟਿਆ ਕਰੋ ਸਾਰਾ ਕੁਝ ਵੀ ਬਈ ਫਾਈਲ ਲਾ ਦੇ।
ਬਾਕੀ ਸਾਨੂੰ ਕੁਝ ਨਹੀਂ ਪਤਾ। ਬਾਅਦ 'ਚ ਕੀ ਹੁੰਦਾ ਜਦੋਂ ਵੀਜ਼ਾ ਹੋ ਜਾਂਦਾ ਰਿਜੈਕਟ, ਫਿਰ ਤੁਸੀਂ ਏਜੰਟ ਤੇ ਆ ਕੇ ਭਾਂਡਾ ਫੋੜ ਦਿੰਦੇ ਹੋ। ਸੋ ਮੈਮ ਤੁਹਾਡੇ ਕੋਲ ਵੀ ਬਹੁਤ ਆਉਂਦੇ ਹੋਣਗੇ ਇਦਾਂ ਦੇ ਵੀ ਕਰ ਦਿਓ ਸਾਰਾ ਕੁਝ ਲਾ ਦਿਓ, ਠੀਕ ਆ। ਬਾਅਦ ਦੇ ਵਿੱਚ ਕੀ ਫਿਰ ਤੁਹਾਨੂੰ ਕਹਿੰਦੇ ਨਹੀਂ ਆ ਕੇ ਜੇ ਕੋਈ ਇੱਧਰ ਉੱਧਰ ਹੋ ਜਾਂਦੀ ਗੱਲ, ਕਿ ਤੁਸੀਂ ਤਾਂ ਇਦਾਂ ਕੰਮ ਕਰਦੇ ਨਹੀਂ, ਪਰ ਕਹਿੰਦੇ ਤਾਂ ਹੋਣਗੇ ਨਾ ਲੋਕ। ਨਹੀਂ ਬਿਲਕੁਲ। ਸੋ ਇੱਕ ਤਾਂ ਫਰਸਟ ਆਫ ਆਲ ਜਿਹੜੇ ਲੋਕੀ ਨੇ, ਜਦੋਂ ਤੁਸੀਂ ਕਿਸੇ ਨਾਲ ਵੀ ਆਪਣੀ ਐਪਲੀਕੇਸ਼ਨ ਸ਼ੁਰੂ ਕਰਵਾਉਂਦੇ ਹੋ, ਇੱਕ ਟਾਈਮ ਦਿਆ ਕਰੋ ਹਰ ਇੱਕ ਨੂੰ, ਬਿਕੋਜ਼ ਅਗਰ ਇਫ ਯੋਰ ਕੇਸ ਇਜ਼ ਕੰਪਲਿਕੇਟਡ, ਹਾਂਜੀ ਅਗਰ ਤੁਸੀਂ 4-5 ਰਿਫਿਊਜ਼ਲਸ ਪਹਿਲਾਂ ਹੀ ਫੇਸ ਕਰ ਚੁੱਕੇ ਹੋ, ਤਾਂ ਤੁਸੀਂ ਸਾਡੇ ਵਰਗੇ ਏਜੰਟਸ ਕੋਲੇ ਆਉਂਦੇ ਹੋ ਕਿ ਸਾਡੀ ਫਾਈਲ ਦੁਬਾਰਾ ਲਗਾ ਦਿਓ। ਹਾਂਜੀ ਸੋ ਸਾਰੇ ਡਾਕੂਮੈਂਟਸ ਦੇਣ ਤੋਂ ਬਾਅਦ ਗਿਵ ਅਸ 10-15 ਡੇਜ਼, ਤਾਂ ਜੋ ਤੁਹਾਡੀ ਜਿਹੜੀ ਪ੍ਰੀਵੀਅਸ ਰਿਫਿਊਜ਼ਲਸ ਨੇ ਸਾਰਾ ਕੁਝ ਥੋਰੋਲੀ ਚੈੱਕ ਕਰਕੇ ਉਹਦੇ ਅਕੋਰਡਿੰਗ ਟੂ ਕੇਸ ਸਟੱਡੀ ਨਵੀਂ ਬਣਾ ਕੇ ਅਸੀਂ ਫਾਈਲ ਸਬਮਿਟ ਕਰ ਦਈਏ। ਹਾਂਜੀ ਐਂਡ ਮੋਰ ਓਵਰ ਬਹੁਤ ਸਾਰੇ ਲੋਕ ਇਦਾਂ ਦੇ ਵੀ ਦੇਖੇ ਨੇ ਕਿ ਸਾਨੂੰ ਪ੍ਰੋਪਰ ਉਹਨਾਂ ਕੋਲੇ, ਫੋਰ ਐਗਜ਼ਾਮਪਲ ਆਈ ਐਮ ਗੋਨਾ ਸ਼ੇਅਰ ਮਾਈ ਪਰਸਨਲ ਜਿਵੇਂ ਕੇਸ ਸਟੱਡੀ ਤੁਹਾਡੇ ਨਾਲ, ਕਿ ਕਿਸੇ ਨੇ ਵਿਜ਼ਟਰ ਵੀਜ਼ਾ ਦੀ ਫਾਈਲ ਸ਼ੁਰੂ ਕਰਵਾਈ ਆਪਣੇ ਪੇਰੈਂਟਸ ਦੀ, ਐਂਡ ਕਲਾਇੰਟ ਦੇ ਅਕਾਊਂਟ ਸਿਰਫ $300 ਸੀਗੇ। ਸੋ ਵੀ ਸੈਂਟ ਹਿਮ ਐਨ ਈਮੇਲ ਕਿ ਜਿਹੜੇ ਆਪਣੇ ਫੰਡਸ ਹੋਰ ਚਾਹੀਦੇ ਨੇ, ਕਿਹਦੇ ਨਾਲ ਤਾਂ ਵੀਜ਼ਾ ਲੱਗਣਾ ਹੀ ਨਹੀਂ ਹੈ। ਸੋ ਹੀ ਸੈਡ ਕਿ ਮੈਮ ਤੁਹਾਨੂੰ ਪਤਾ ਹੀ ਹੈ ਕਿ ਸਟੂਡੈਂਟਸ ਦੇ ਅਕਾਊਂਟਸ ਕਿੱਥੇ ਇੰਨੇ ਪੈਸੇ ਹੁੰਦੇ ਨੇ। ਸੋ ਗਾਇਜ਼ ਅਗਰ ਆਪਾਂ ਵਿਜ਼ਟਰ ਵੀਜ਼ਾ ਲਗਾਉਣਾ ਹੈ, ਆਪਾਂ ਨੂੰ ਫੰਡਸ ਦੋਨੇ ਪਾਸਿਓਂ ਸਿਕਿਉਰ ਸ਼ੋ ਕਰਨੇ ਪੈਣਗੇ ਕਿ ਸਾਡੇ ਕੋਲ ਫੰਡਸ ਇੰਡੀਆ ਤੋਂ ਵੀ ਸਟਰੋਂਗ ਨੇ ਐਂਡ ਇੱਥੋਂ ਵੀ। ਫੋਰ ਐਗਜ਼ਾਮਪਲ ਆਪਾਂ ਨੂੰ ਇੰਡੀਆ ਤੋਂ ਵਿਜ਼ਟਰ ਵੀਜ਼ਾ ਮਮ ਡੈਡ ਦਾ ਲਗਵਾਉਣ ਲਈ ਵੀ 7-8 ਲੱਖ ਪਲੱਸ ਉਹਨਾਂ ਦੀ ITRs, ਪ੍ਰੋਪਰਟੀ ਵੈਲਿਊਏਸ਼ਨ, ਜੇ ਫਾਰਮਸ, ਜਮਾਬੰਦੀ ਉਹ ਚਾਹੀਦੇ ਨੇ। ਅਗਰ ਤੁਸੀਂ ਨਹੀਂ ਪ੍ਰੋਵਾਈਡ ਕਰੋਗੇ, ਲਾਈਕ ਤੁਹਾਡੇ ਕਹਿੰਦੇ ਅਗਰ ਅਸੀਂ ਉਦਾਂ ਦੀ ਫਾਈਲ ਲਗਾ ਦਾਂਗੇ, ਵੀ ਆਰ 100% ਸ਼ੋਰ ਕਿ ਤੁਸੀਂ ਰਿਫਿਊਜ਼ਲ ਹੀ ਫੇਸ ਕਰੋਗੇ, ਜਿਹਦੇ ਲਈ ਫਿਰ ਤੁਸੀਂ ਸਾਨੂੰ ਸਟਿਲ ਬਲੇਮ ਕਰਨਾ ਹੈ। ਬਿਲਕੁਲ ਜੀ ਬਿਲਕੁਲ। ਇਦਾਂ ਦੀਆਂ ਚੀਜ਼ਾਂ ਪਲੀਜ਼ ਅਵੋਇਡ ਕਰਿਆ ਕਰੋ। ਐਂਡ ਮੋਰ ਓਵਰ ਅੱਜ ਕੱਲ੍ਹ ਸਪਾਊਸਲ ਓਪਨ ਵਰਕ ਪਰਮਿਟ ਲਈ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ, ਸੋ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ। ਸੋ ਲੋਕ ਕਲਾਇੰਟਸ ਉੱਥੇ ਇੰਡੀਆ 'ਚ ਏਜੰਟ ਕੀ ਕਰਦੇ ਨੇ ਕਿ ਤੁਹਾਡੀ ਆਲਰੇਡੀ ਪਾਸਪੋਰਟ ਰਿਕੁਐਸਟ ਆਈ ਹੁੰਦੀ ਹੈ। ਸੋ ਆਫਟਰ ਦੀ ਸਬਮਿਸ਼ਨ ਅਗਰ ਤੁਹਾਨੂੰ ਮੈਡੀਕਲ ਰਿਕੁਐਸਟ ਆਉਣ ਤੋਂ ਬਾਅਦ ਜਾਂ ਕੁਝ ਵੀ ਤੁਹਾਨੂੰ ਕਾਲ ਆ ਜਾਂਦੀ ਹੈ ਕਿ ਤੁਹਾਡੀ ਫਾਈਲ 'ਚ ਕੋਈ ਕੰਪਲਿਕੇਸ਼ਨ ਹੈ, ਫੋਰ ਐਗਜ਼ਾਮਪਲ IRCC ਨੂੰ ਤੁਹਾਡੇ ਮੈਰਿਜ ਨੂੰ ਲੈ ਕੇ ਡਾਊਟ ਹੈ, ਹਾਂਜੀ be sending us a misrepresentation letter ਕਿ ਸਾਡੇ ਦਿੱਲੀ ਵੀਜ਼ਾ ਆਫਿਸ 'ਚ ਕੰਟੈਕਟ ਨੇ। ਅਗਰ ਤੁਸੀਂ ਮਿਸਰਿਪਰੈਜ਼ੈਂਟੇਸ਼ਨ ਰਿਮੂਵ ਕਰਨੀ ਹੈ ਐਂਡ ਤੁਸੀਂ ਆਪਣਾ ਪਾਸਪੋਰਟ ਰਿਕੁਐਸਟ ਲੈ ਕੇ ਆਉਣੀ ਹੈ, ਵੀ ਵਿਲ ਬੀ ਚਾਰਜਿੰਗ 6-7 lakhs ਤੁਹਾਨੂੰ 100% ਕੱਲ ਤੱਕ ਪਾਸਪੋਰਟ ਰਿਕੁਐਸਟ। ਇਦਾਂ ਦਾ ਹੁੰਦਾ ਤਾਂ ਨਹੀਂ ਜੀ ਕੁਝ ਪੈਸੇ ਨਾ? ਨਹੀਂ ਇਦਾਂ ਨਹੀਂ। ਓਕੇ ਮਤਲਬ ਆਪਦੇ ਕੋਲੋਂ ਹੀ ਪੈਸੇ। ਹਾਂਜੀ ਸੋ ਗਾਇਜ਼ ਇਦਾਂ ਦਾ ਕੁਝ ਨਹੀਂ ਹੁੰਦਾ ਹੈਗਾ। ਅਗਰ ਤੁਹਾਡੀ ਮੈਡੀਕਲ ਰਿਕੁਐਸਟ ਆ ਚੁੱਕੀ ਹੈ, ਇਫ IRCC ਹੈਜ਼ ਐਨੀ ਡਾਊਟ, ਉਹ ਤੁਹਾਡੀ ਲੈਟਰ ਤੁਹਾਡੇ GCK ਅਕਾਊਂਟ 'ਚ ਅਪਡੇਟ ਹੋਏਗੀ। ਸੋ ਸਾਡੇ ਕੋਲ ਜਦੋਂ 2 ਕਾਲਸ ਮੇਰੇ ਕੋਲ ਇਦਾਂ ਦੀਆਂ ਆਈਆਂ, ਦੈਨ ਵਾਟ ਆਈ ਡਿਡ ਇਜ਼ ਆਈ ਆਸਕਡ ਕਲਾਇੰਟ ਟੂ ਸੈਂਡ ਮੀ ਯੋਰ ਦੀ application number along with the passport of your brother, because ਦੋਨਾਂ clients ਇੱਥੇ ਪੈਣਾ ਇੱਥੇ ਸੀਗੀਆਂ and their sister in law was studying here and ਉਹਨਾਂ ਦੇ brothers India ਸੀਗੇ। ਸੋ ਜਦੋਂ ਮੈਂ ਉਹਨਾਂ ਦੀ ਕਹਿ ਲਓ ਕਿ GCK ਨਵੇਂ ਪੋਰਟਲ ਬਣਾ ਕੇ GCK ਅਕਾਊਂਟ 'ਚ ਫਾਈਲ ਲਿੰਕ ਕੀਤੀ, ਸੋ ਉੱਥੇ ਪਾਸਪੋਰਟ ਰਿਕੁਐਸਟ ਆਲਰੇਡੀ 10 ਦਿਨਾਂ ਤੋਂ ਆਏ ਹੋਏ ਸੀਗੇ। ਸੋ ਹੁਣ ਉਹਨਾਂ ਨੇ ਜਦੋਂ ਉਹ ਪਾਸਪੋਰਟ ਰਿਕੁਐਸਟ ਜਦੋਂ ਅਸੀਂ ਉਹਨਾਂ ਦੀ ਫਾਈਲ ਲਿੰਕ ਕਰਤੀ, ਉਹ ਪਾਸਪੋਰਟ ਰਿਕੁਐਸਟ ਲੈਟਰ ਲੈ ਕੇ ਉਸ ਏਜੰਟ ਕੋਲ ਗਏ। ਸੋ ਦੇ ਸੈਡ ਕਿ ਨਹੀਂ ਜੀ ਅਸੀਂ ਹੁਣ ਦੇ ਨਹੀਂ ਸਕਦੇ ਹੈਗੇ, ਸਾਡੇ ਜਿਹੜੇ ਮੇਨ ਕੰਸਲਟੈਂਟ ਨੇ ਹੀ ਇਜ਼ ਨਾਟ ਹੀਅਰ, ਤੁਹਾਨੂੰ 7 ਲੱਖ ਦੇਣਾ ਪੈਣਾ। ਸੋ ਬਹੁਤ ਇਸ਼ੂਜ਼ ਫੇਸ ਕੀਤੇ। ਦੈਨ ਫਿਰ ਉਹਨਾਂ ਨੇ ਕਿਹਾ ਕਿ ਦੈਨ ਦੇ ਐਪਲੀਕੈਂਟ ਸੈਡ ਕਿ ਅਸੀਂ ਹੁਣ ਤੁਹਾਡੇ ਤੇ FIR ਕਰਾਂਗੇ। ਸੋ ਫਿਰ ਕਿਤੇ ਜਾ ਕੇ ਉਹਨਾਂ ਨੂੰ ਉਹਨਾਂ ਦਾ ਪਾਸਪੋਰਟ ਵਾਪਸ ਮਿਲਿਆ। ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ, ਕਿਸੇ ਤੇ ਇੰਨਾ ਵੀ ਬਲਾਈਂਡਲੀ ਨਾ ਟਰਸਟ ਕਰੋ ਕਿ ਤੁਸੀਂ ਆਪਣਾ ਪਾਸਪੋਰਟ ਹੀ ਜਾ ਕੇ ਉਹਨਾਂ ਨੂੰ ਹੈਂਡਓਵਰ ਕਰ ਦਿਓ। ਓਕੇ ਜੋ ਕਿ ਪਰ ਆਪਣੇ ਵਾਲੇ ਕਰਦੇ ਨੇ ਜੀ, ਮੈਂ ਸਾਰਿਆਂ ਨੂੰ ਰਾਏ ਦੂੰ ਬਾਈ ਕੋਈ ਚੱਕਰ ਨਹੀਂ, ਇਦਾਂ ਨਹੀਂ ਹੁੰਦਾ ਪਰ ਥੋੜਾ ਮੋਟਾ ਆਪ ਵੀ ਰਿਸਰਚ ਕਰ ਲਿਆ ਕਰੋ। ਜਦੋਂ ਤੁਸੀਂ ਇਹਨੂੰ ਫਾਈਲ ਸਬਮਿਟ ਕਰਦੇ ਹੋ, ਜਦੋਂ ਰਿਜੈਕਸ਼ਨ ਲੱਗਦੀ ਫਿਰ ਤੁਸੀਂ ਭਾਂਡਾ ਵੀ ਫੋੜ ਦਿੰਦੇ ਹੋ। ਇੱਕ ਮੈਮ ਚਲੋ ਸਾਰੇ ਕਹਿ ਦੇਣਗੇ ਹੁਣ ਫੇਕ ਵੀਜ਼ਾ ਜਾਂ ਫੇਕ ਆਫਰ ਲੈਟਰ ਦਾ ਪਤਾ ਕਿਵੇਂ ਕਰੀਏ ਹੁਣ ਸਾਨੂੰ? ਸੋ ਜਦੋਂ ਤੁਸੀਂ ਕਿਸੇ ਤੋਂ ਆਫਰ ਲੈਟਰ, ਜਦੋਂ ਆਪਾਂ ਨੂੰ ਕਿਸੇ ਵੀ ਕਾਲਜ ਤੋਂ ਆਫਰ ਲੈਟਰ ਆ ਜਾਂਦੀ ਹੈ, ਸੋ ਫਰਸਟ ਆਫ ਆਲ ਕਾਲਜ ਦੀ ਫੀਸ ਡਾਇਰੈਕਟਲੀ ਤੁਸੀਂ ਪੇ ਕਰੋ। ਓਕੇ ਜੀ। ਸੋ ਅਗਰ ਤੁਸੀਂ ਨਹੀਂ ਵੀ ਪੇ ਕਰਦੇ, ਅਗਰ ਤੁਸੀਂ ਕਿਸੇ ਏਜੰਟ ਦੇ ਥਰੂ ਵੀ, ਫੋਰ ਐਗਜ਼ਾਮਪਲ ਲੋਕ ਇੰਡੀਆ 'ਚ ਵੈਸਟਰਨ ਯੂਨੀਅਨ ਹੋ ਗਏ, 5wire ਹੋ ਗਏ, ਇਹਦੇ ਥਰੂ ਬਹੁਤ ਪੇ ਕਰਵਾਉਂਦੇ ਨੇ। ਸੋ ਮੇਕ ਸ਼ੋਰ ਕਿ ਤੁਸੀਂ ਉਹਦੀ ਜਦੋਂ ਤੁਹਾਨੂੰ ਪ੍ਰੋਪਰ ਰਿਸਿਪਟ ਆ ਜਾਂਦੀ ਹੈ ਕਿ ਇਫ ਯੋਰ ਫਰੈਂਡਸ ਆਰ ਹੇਅਰ ਔਰ ਐਨੀਵਨ ਇਜ਼ ਹੇਅਰ, ਕੰਟੈਕਟ ਦੀ ਕਾਲਜ ਡਾਇਰੈਕਟਲੀ। ਮੋਰ ਓਵਰ ਤੁਹਾਡੀਆਂ ਆਫਰ ਲੈਟਰਸ ਤੇ ਆਪਣੇ ਈਮੇਲਸ ਆਲਵੇਜ਼ ਮੈਂਸ਼ਨ ਹੁੰਦੀਆਂ ਨੇ। ਓਕੇ ਜੀ। ਇਫ ਯੂ ਆਰ ਦੀ ਐਪਲੀਕੈਂਟ, ਸੋ ਤੁਸੀਂ ਕਾਲਜ ਨੂੰ ਡਾਇਰੈਕਟਲੀ ਈਮੇਲ ਕਰ ਲਓ ਜਾਂ ਕਾਲਜ ਨੂੰ ਕਾਲ ਕਰਕੇ ਆਪਾਂ ਸਾਰਾ ਕੁਝ ਵੈਰੀਫਾਈ ਕਰ ਸਕਦੇ ਹਾਂ। ਬਿਕੋਜ਼ ਸਾਡੇ ਕਲਾਇੰਟ ਨਾਲ ਵੀ ਇਦਾਂ ਹੋਇਆ। ਸੋ ਹੀ ਕੇਮ ਟੂ ਕੈਨੇਡਾ ਅੰਡਰ ਨੌਨ SDS ਐਪਲੀਕੇਸ਼ਨ। ਸੋ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣੀ 1 ਸਾਲ ਦੀ ਫੀਸ ਭਰੀ ਸੀਗੀ। ਸੋ ਕਲਾਇੰਟ ਨੇ ਚਲੋ ਕਾਲਜ ਨੇ ਆਫਰ ਲੈਟਰ ਦਿੱਤੀ, ਵੀਜ਼ਾ ਵੀ ਲੱਗ ਗਿਆ। ਸੋ ਜਦੋਂ ਵੀਜ਼ਾ ਲੱਗਣ ਏਜੰਟ ਕਹਿੰਦਾ ਕਿ ਆਪਾਂ ਨੂੰ ਬਾਕੀ ਦੀ ਫਰਸਟ ਹੀ ਪੇਡ ਇੱਕ ਸਮੈਸਟਰ ਦੀ ਫੀਸ ਪੇ ਕੀਤੀ। ਵੀਜ਼ਾ ਲੱਗਣ ਤੋਂ ਬਾਅਦ ਏਜੰਟ ਕਹਿੰਦੇ ਕਿ ਤੁਹਾਨੂੰ ਨੈਕਸਟ ਸਮੈਸਟਰ ਦੀ ਵੀ ਫੀਸ ਪੇ ਕਰਨੀ ਪੈਣੀ ਆ, ਤਾਂ ਹੀ ਤੁਸੀਂ ਟਰੈਵਲ ਕਰ ਸਕਦੇ ਹੋ। ਸੋ ਕਲਾਇੰਟਸ ਨੇ ਚਲੋ ਜੀ ਆਪਣੇ ਏਜੰਟ ਨੂੰ ਜਿਹੜੇ ਕਿ ਨੈਕਸਟ 6-7 ਲੱਖ ਜਿੰਨਾ ਵੀ ਆਪਣਾ 9000 ਦਾ ਕਨਵਰਜਨ ਰੇਟ ਬਣਦਾ ਹੈ ਦੇ ਦਿੱਤੇ। ਸੋ ਵੈਨ ਦ ਐਪਲੀਕੈਂਟ ਕੇਮ ਹੀਅਰ, ਉਹ ਕਾਲਜ ਗਏ। ਸੋ ਆਫਟਰ ਫਿਨਿਸ਼ਿੰਗ 1 ਸਮੈਸਟਰ, ਜਦੋਂ ਆਪਾਂ ਮਾਰਚ 'ਚ ਹੀ ਸੀਗੇ, ਸੋ ਕਾਲਜ ਵੱਲੋਂ ਆਪਾਂ ਨੂੰ ਜਦੋਂ ਈਮੇਲਸ ਆਉਂਦੀਆਂ ਨੇ ਕਿ ਆਪਣੀ ਫੀਸ ਪੇ ਕਰੋ, ਵੈਨ ਹੀ ਕੰਟੈਕਟਡ ਦੀ ਫਾਈਨੈਂਸ਼ੀਅਲ ਡਿਪਾਰਟਮੈਂਟ ਕਿ ਮੈਂ ਤਾਂ ਆਲਰੇਡੀ ਪੇ ਕੀਤੀ ਸੀਗੀ। ਸੋ ਦੈਨ ਹੀ ਚੈੱਕ ਦ ਕਾਲਜ ਰੈਕਰਡਸ, ਉਹਨਾਂ ਦੀ ਫੀਸ 2nd ਸਮੈਸਟਰ ਦੀ ਉੱਥੇ ਪੇ ਹੀ ਨਹੀਂ ਸੀ ਹੋਈ। ਉਹ ਜਿਹੜਾ ਵੀ 4-5 ਲੱਖ ਸੀ ਉਹਨਾਂ ਦੇ ਏਜੰਟ ਨੇ ਖਾ ਲਿਆ ਸੀ, ਤੇ ਹੀ ਵਾਸ ਨਾਟ ਪਿਕਿੰਗ ਅਪ ਦੀ ਕਾਲਸ। ਕੋਈ ਉਹਨਾਂ ਦੇ ਪੇਰੈਂਟਸ ਵੀ ਉੱਥੇ ਵਿਜ਼ਿਟ ਕੀਤਾ, ਸੋ ਕਿਸੇ ਨੇ ਬਾਅਦ 'ਚੋਂ ਕੋਈ ਹੱਥ ਪੱਲਾ ਨਹੀਂ ਫੜਾਇਆ। ਸੋ ਗਾਇਜ਼ ਅਵੋਇਡ ਆਲ ਦਿਸ ਥਿੰਗਸ ਕਿ ਆਪਣੀਆਂ ਇੰਡੀਆ ਤੋਂ ਆਉਣ ਤੋਂ ਪਹਿਲਾਂ ਆਪਾਂ ਇੰਨੇ ਕੁ ਐਜੂਕੇਟਡ ਹੁਣ ਹੈਗੇ ਆ ਕਿ ਸਾਰੀਆਂ ਚੀਜ਼ਾਂ ਖੁਦ ਵੈਰੀਫਾਈ ਕਰੋ। ਤੇ ਮੇਕ ਸ਼ੋਰ ਇੱਕ ਜਦੋਂ ਵੀ ਤੁਸੀਂ ਐਪਲੀਕੇਸ਼ਨ ਫਾਰਮਸ ਤੁਹਾਡੇ ਫਿਲਅਪ ਹੁੰਦੇ ਨੇ, ਉਹ ਥੋਰੋਲੀ ਚੈੱਕ ਕਰੋ। ਸੋ ਏਜੰਟਸ ਲੋਕਾਂ ਨੂੰ ਅੱਜ ਕੱਲ੍ਹ ਇਹੀ ਨਹੀਂ ਪਤਾ ਹੁੰਦਾ ਕਿ ਸਾਡੀ ਪ੍ਰੀਵੀਅਸ ਐਪਲੀਕੇਸ਼ਨ 'ਚ ਕੀ ਆਇਆ ਕੀ ਨਹੀਂ। ਬਿਲਕੁਲ ਜੀ ਬਿਲਕੁਲ। ਸੋ ਇੱਕ ਸਵਾਲ ਮੇਰਾ ਹੋਰ ਹੋਏ, ਮੈਨੂੰ ਬੜਾ ਹੀ ਆਉਂਦਾ ਜੀ, ਤੇ ਇਹ ਹੈਗਾ ਜੀ ਵੀ ਫੈਮਿਲੀ ਦੇ ਨਾਲ ਜਿਵੇਂ ਜਵਾਕਾਂ ਦਾ ਜਿੱਦਾਂ ਹੁੰਦਾ ਕਿ ਸਕੂਲ ਪਲਾਨ ਆ ਕੋਈ ਇਦਾਂ ਦਾ ਵੀ ਜਿਹੜੇ ਥੋੜੇ ਜਵਾਕ ਨੇ, ਜਿਵੇਂ ਹੁਣ ਇੰਡੀਆ 'ਚ ਪੇਰੈਂਟਸ ਬੈਠੇ ਨੇ, ਉਹਨਾਂ ਦੇ ਬੱਚੇ ਨੇ, ਉਹ ਕਹਿੰਦੇ ਵੀ ਇਹਨੂੰ ਪੜ੍ਹਾਈ ਲਈ ਆਪਾਂ ਜਿਹੜਾ ਕਿ 6-7 ਸਾਲਾਂ ਦਾ ਹੀ ਆ, ਬੜਾ ਵੱਡਾ ਨਹੀਂ,
ਵੀ ਉਹਨੂੰ ਆਪਾਂ ਕੈਨੇਡਾ ਭੇਜਣਾ, ਉਹਦੇ ਥਰੂ ਵੀ ਆਪਾਂ ਨੂੰ ਕੋਈ ਵੀਜ਼ਾ ਮਿਲਦਾ, ਸਕੂਲਿੰਗ ਵੀਜ਼ਾ ਸਮਥਿੰਗ ਕਹਿੰਦੇ ਹੈ ਕੁਛ ਇਦਾਂ ਦਾ ਜੀ? ਹਾਂਜੀ, ਸੋ ਇਹਦੇ 'ਚ ਤੁਸੀਂ ਕੀ ਕਰ ਸਕਦੇ ਹੋ ਕਿ ਆਪਾਂ ਇੱਥੇ ਕਿਸੇ ਵੀ ਸਕੂਲ ਤੋਂ ਆਫਰ ਲੈਟਰ ਲੈ ਕੇ ਬੱਚਿਆਂ ਦਾ ਸਕੂਲਿੰਗ ਵੀਜ਼ਾ ਲੱਗ ਜਾਣਾ ਹੈ, ਨਾਲ ਉਹਨਾਂ 'ਚ ਪੇਰੈਂਟਸ ਅਕੰਪਨੀਇੰਗ ਐਜ਼ ਅ ਵਿਜ਼ਿਟਰ ਕੈਨੇਡਾ ਚਾਹੁੰਦੇ ਨੇ। ਓਕੇ। ਸੋ ਗਾਇਜ਼ ਮੇਕ ਸ਼ੋਰ ਕਿ ਅਗਰ ਤੁਸੀਂ ਸਕੂਲਿੰਗ ਵੀਜ਼ਾ ਆਪਣੇ ਬੱਚੇ ਦਾ ਲਗਵਾਉਣਾ ਹੈ ਤਾਂ ਤੁਸੀਂ ਕੈਨੇਡਾ 'ਚ ਐਜ਼ ਅ ਵਿਜ਼ਿਟਰ ਹੀ ਆਓਗੇ, ਆ ਕੇ ਇੱਥੇ ਵਰਕ ਪਰਮਿਟ 'ਚ ਚੇਂਜ ਨਹੀਂ ਕਰਵਾ ਸਕਦੇ, ਬਿਕੋਜ਼ ਇੰਡੀਆ 'ਚ ਬਹੁਤ ਸਾਰੇ ਏਜੰਟ ਇਹ ਗਾਈਡ ਕਰਦੇ ਨੇ ਤੁਸੀਂ ਸਕੂਲਿੰਗ ਵੀਜ਼ਾ ਤੇ ਆਪਣੇ ਬੱਚੇ ਨੂੰ ਉੱਥੇ ਭੇਜ ਦਿਓ ਹਾਂਜੀ। ਐਂਡ ਦੈਨ ਯੂ ਵਿਲ ਬੀ ਲੀਗਲੀ ਅਲਾਉਡ ਟੂ ਵਰਕ। ਨੋ, ਯੂ ਵੋਂਟ ਬੀ ਲੀਗਲੀ ਅਲਾਉਡ ਟੂ ਵਰਕ, ਤੁਸੀਂ ਆ ਕੇ ਇੱਥੇ ਵਿਜ਼ਿਟਰ ਸਟੇਟਸ ਤੇ ਹੀ ਰਹੋਗੇ। ਓਕੇ। ਬਟ ਅਗਰ ਤੁਸੀਂ ਇੱਥੇ ਕੈਨੇਡਾ ਐਜ਼ ਅ ਸਟੂਡੈਂਟ ਜਾਂ ਵਰਕ ਪਰਮਿਟ ਤੇ ਤੁਸੀਂ ਆਪਣੇ ਬੱਚੇ ਦਾ ਉਧਰੋਂ ਅਪਲਾਈ ਕਰਨਾ ਹੈ, ਸੋ ਇਫ ਇਜ਼ ਲਾਈਕ ਅੰਡਰ ਦੀ ਏਜ ਆਫ 3 ਤਾਂ ਤੁਸੀਂ ਉਹਨਾਂ ਦਾ ਵਿਜ਼ਿਟਰ ਅਪਲਾਈ ਕਰੋਗੇ। ਅਗਰ ਉਹਨਾਂ ਦੀ ਏਜ ਜ਼ਿਆਦਾ ਹੈ, ਹੀ ਇਜ਼ ਐਟ ਦੀ ਸਕੂਲਿੰਗ ਏਜ, ਤਾਂ ਫਿਰ ਉਹਨਾਂ ਦਾ ਸਟੱਡੀ ਵੀਜ਼ਾ ਹੀ ਆਪਣੇ ਵਰਕ ਪਰਮਿਟ ਦੇ ਨਾਲ ਅਪਲਾਈ ਕਰੋ। ਹਾਂਜੀ, ਇਹ ਲਓ ਜੀ, ਇਹ ਵਧੀਆ ਗੱਲ ਹਨ। ਬਾਲੇ ਕਹਿੰਦੇ ਨੇ ਮਾਂ ਪਿਓ ਨੂੰ ਮਿਲੂਗੀ PR ਬੱਚਿਆਂ ਦੇ ਵੀਜ਼ੇ ਤੇ, ਇਦਾਂ ਦਾ ਕੁਝ ਨਹੀਂ ਹੁੰਦਾ। ਸੋ ਇਹ ਸੀਗੇ ਲక్ష్ਮੀ ਮੈਮ ਜਿਨ੍ਹਾਂ ਨੇ ਤੁਹਾਨੂੰ ਇਹ ਸਾਰਾ ਕੁਝ ਦੱਸਿਆ। ਤੇ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਹੁੰਦੀ ਹੈ, ਇਹ ਵੀ ਨਾ ਸੋਚੋ ਵੀ ਕੈਨੇਡਾ 'ਚ ਬੈਠਣੇ ਕਿਵੇਂ ਅਪਰੋਚ ਕਰੀਏ। ਇਹਨਾਂ ਦੇ 2 ਦਫ਼ਤਰ ਨੇ, ਇੱਕ ਲੁਧਿਆਣੇ ਆ, ਮੈਂ ਐਡਰੈਸ ਨਾਲ ਪਾਇਆ ਹੋਇਆ, ਇੱਕ ਇਹਨਾਂ ਦਾ ਹੈਗਾ ਮਾਲਟਨ ਕੈਨੇਡਾ ਦੇ ਵਿੱਚ। ਉੱਦਾਂ ਡੀਲ ਕੈਨੇਡਾ ਵਾਈਡ ਸਾਰੇ ਕਿਤੇ ਕਰਦੇ ਨਾ, ਆਫਿਸ ਦੇ ਨੰਬਰ ਮੈਂ ਦੇ ਦੂੰਗਾ। ਤੇ ਇੰਡੀਆ 'ਚ ਤੁਸੀਂ ਜਾ ਕੇ ਜਦੋਂ ਮਰਜ਼ੀ ਅਪਰੋਚ ਕਰ ਸਕਦੇ ਹੋ। ਇਹ ਵੀ ਹੈ ਨਹੀਂ ਵੀ ਤੁਹਾਡੀ ਜਾਉਣ ਸਰ ਫਾਈਲ ਫੜ ਲੈਣਗੇ, ਤੁਸੀਂ ਡਿਸਕਸ ਕਰ ਸਕਦੇ ਹੋ। ਇਹਨਾਂ ਕੋਲੇ ਕਾਫੀ ਐਕਸਪਰਟ ਉੱਥੇ ਬੈਠੇ ਨੇ। ਇਹਨਾਂ ਦੇ ਮੀਡੀਆ ਲਿੰਕ ਇੰਸਟਾਗ੍ਰਾਮ ਕਾਫੀ, ਜਿੱਦਾਂ ਹੁਣ ਮੈਂ ਆਪਦੀ ਮਾਂ ਦਾ ਵੀਜ਼ਾ ਸੁਪਰ ਵੀਜ਼ਾ ਜਦੋਂ ਲਵਾਇਆ ਸੀਗਾ, ਕਿਉਂਕਿ ਮੰਮੀ ਦਾ ਵਿਜ਼ਿਟਰ ਵੀਜ਼ਾ 3-4 ਵਾਰੀ ਰਿਫਿਊਜ਼ ਹੋ ਗਿਆ ਸੀ। ਸੋ ਮੈਂ ਇਹਨਾਂ ਤੱਕ ਅਪਰੋਚ ਕੀਤੀ ਸੀਗੀ ਤੇ ਮੰਮੀ ਦਾ ਪਹਿਲੀ ਵਾਰੀ ਸੁਪਰ ਵੀਜ਼ਾ ਲੱਗ ਗਿਆ ਸੀਗਾ। ਮੰਮੀ ਵੀ ਆ ਰਹੀ ਹੈ ਹੁਣ ਅਪ੍ਰੈਲ ਦੇ ਵਿੱਚ, ਮਈ ਦੇ ਵਿੱਚ RV ਟੂਰ ਕਰਨਾ ਆਪਾਂ ਨਾ, ਘੁੰਮਣਾ। ਸੋ ਇਹ ਗੱਲਾਂ ਐ ਸੀਗੀਆਂ ਵੀ ਚਲੋ ਮੈਮ ਨਾਲ ਡਿਸਕਸ ਕਰਕੇ ਐਕਸਪਰਟ ਤੋਂ ਆਪਾਂ ਤੁਹਾਨੂੰ ਦੱਸ ਦਈਏ। ਜੇ ਮੈਂ ਕਹੀ ਜਾਵਾਂ ਵੀ ਹਾਂ ਉਹ ਗੱਲ ਨਹੀਂ ਬਣਦੀ, ਆਪਾਂ ਤਾਂ ਟਰੱਕ ਚਲਾਉਣੇ, ਆਪਾਂ ਨੂੰ ਇੰਨੀ ਪਤਾ ਹੀ ਨਹੀਂ, ਨੌਲੇਜ ਨਹੀਂ ਹੈਗੀ। ਸੋ ਜਿਹੜੇ ਮੇਰੇ ਵੀਰ ਟਰੱਕਾਂ 'ਚ PR ਲਾਉਣੀ ਹੋਵੇ ਜਾਂ ਸਟੱਡੀ ਰਿਫਿਊਜ਼ ਹੋ ਗਈ, ਰਿਜੈਕਸ਼ਨਾਂ ਲੱਗ ਗਈਆਂ, ਸੋ ਅੱਜ ਦੀ ਗੱਲ ਤੋਂ ਤੁਹਾਨੂੰ ਸਮਝ ਆ ਗਈ ਹੋਊ ਵੀ ਕਹਾਣੀ ਕੀ ਆ। ਸੋ ਇੱਥੇ ਆਪਾਂ ਵੀਡੀਓ ਐਂਡ ਕਰਦੇ ਹਾਂ। ਇੱਕ ਵਾਰੀ ਡਿਸਕ੍ਰਿਪਸ਼ਨ ਚੈੱਕ ਕਰ ਲਿਓ, ਤੇ ਜੇ ਤੁਹਾਨੂੰ ਕੋਈ ਸਲਾਹ ਚਾਹੀਦੀ ਹੋ ਮੈਮ ਤੱਕ ਜਦੋਂ ਮਰਜ਼ੀ ਅਪਰੋਚ ਕਰੋ। ਠੀਕ ਆ ਜੀ, ਚਲੋ ਮੈਮ ਦਾ ਆਪਾਂ ਕਰਦੇ ਹਾਂ ਬਹੁਤ ਬਹੁਤ ਧੰਨਵਾਦ। ਠੀਕ ਆ ਜੀ, ਥੈਂਕ ਯੂ ਜੀ ਸਰ। ਠੀਕ ਆ ਜੀ।